ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਹਿਰਦੈ ਨਿਤ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀਓ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਕ ਹਾਥ ਉੱਚੀ ਰਹੀ ਉਪਰ ਸੀਸ ਟਕੀਨਾ। ਚਲੇ ਸੰਗ ਸਹਿਜੇ ਪ੍ਰਭੂ ਜਹ ਡੇਰਾ ਤਹ ਕੀਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਤੇ ਸੁਭਾਈ ਮਾਨ ਹਾਜ਼ਰਾ ਹਜ਼ੂਰ ਜਹਰਾ ਜ਼ਹੂਰ ਸਮਰੱਥ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਜੁੜ ਕਰਕੇ ਸੰਧਿਆ ਦੇ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਸਤ ਸੰਗੀ ਜਨੋ। ਵੱਡਿਆਂ ਭਾਗਾਂ ਵਾਲੇ ਹੋ ਜੋ ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਦੇ ਉੱਪਰ ਸ਼ਰਧਾ ਸਤਿਕਾਰ ਦੇ ਨਾਲ ਨਤਮਸਤਕ ਹੋ ਕਰਕੇ ਸਤਿਗੁਰੂ ਜੀ ਦੀਆਂ ਪਾਵਨ ਬਖਸ਼ਿਸ਼ਾਂ ਦੇ ਪਾਤਰ ਬਣਨ ਦਾ ਯਤਨ ਕਰ ਰਹੇ ਹੋ। ਗੁਰਮੁਖ ਪਿਆਰਿਓ, ਮਹਾਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜਿਨ੍ਹਾਂ ਦਾ ਰਚਿਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ, ਜਿਸ ਵਿੱਚ ਕਿ ਭਾਈ ਸਾਹਿਬ ਹੋਰਾਂ ਨੇ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਇਤਿਹਾਸ ਵਿਸਥਾਰ ਦੇ ਨਾਲ ਦਰਜ ਕੀਤਾ ਹੈ।
ਚੱਲ ਰਹੀ ਲੜੀ ਦੇ ਅਨੁਸਾਰ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਐਮਨਾਬਾਦ, ਜਿਹਨੂੰ ਸੈਦਪੁਰ ਵੀ ਕਹਿੰਦੇ ਹਨ, ਉਸ ਇਲਾਕੇ ਦੇ ਅੰਦਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ। ਇਸੇ ਸਮੇਂ ਇਸ ਧਰਤੀ ਦੇ ਉੱਪਰ ਬਾਬਰ ਦਾ ਹਮਲਾ ਹੁੰਦਾ। ਬਾਬਰ ਬੇਇੰਤਹਾ ਤਸ਼ੱਦਦ ਇੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਉੱਪਰ ਕਰਦਾ ਹੈ। ਉਹ ਲੋਕ ਜਿਹੜੇ ਘਰਾਂ ਦੇ ਅੰਦਰ ਸੁੱਖ ਆਰਾਮ ਦੇ ਵਿੱਚ ਜੀਵਨ ਬਤੀਤ ਕਰ ਰਹੇ ਸਨ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਚਿਤ ਚੇਤੇ ਵੀ ਨਹੀਂ ਸੀ, ਜਿਹੜੇ ਕੇਵਲ ਆਪਣੇ ਜੀਵਨ ਦੇ ਆਨੰਦਾਂ ਦੇ ਅੰਦਰ ਜੀਵਨ ਬਤੀਤ ਕਰ ਰਹੇ ਸਨ, ਜਦੋਂ ਬਾਬਰ ਦਾ ਹਮਲਾ ਹੋਇਆ ਉਹਨਾਂ ਲੋਕਾਂ ਨੂੰ ਖੁਸ਼ੀਆਂ ਖੇੜੇ ਭੁੱਲ ਗਏ। ਬਾਬਰ ਨੇ ਬਹੁਤਾਤ ਲੋਕਾਂ ਦਾ ਕਤਲ ਕਰ ਦਿੱਤਾ ਤੇ ਬਹੁਤ ਹਿੰਦੂ ਮੁਸਲਮਾਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਪਾ ਦਿੱਤਾ। ਹੁਣ ਇਸੇ ਸਮੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ, ਭਾਈ ਮਰਦਾਨਾ, ਭਾਈ ਬਾਲਾ, ਇਹਨਾਂ ਨੂੰ ਬਾਬਰ ਦੇ ਜਿਹੜੇ ਸੈਨਿਕ ਹਨ ਉਹ ਪਕੜ ਲੈਂਦੇ ਨੇ ਤੇ ਹੁਕਮ ਦੇ ਦਿੰਦੇ ਨੇ ਵੀ ਆਹ ਜਿਹੜਾ ਭਾਰ ਹੈ, ਇਹ ਭਾਰ ਤੁਸੀਂ ਆਪਣੇ ਸਿਰ ਉੱਤੇ ਉਠਾਉਣਾ ਕਰੋ। ਭਾਈ ਮਰਦਾਨੇ ਨੂੰ ਬਹੁਤ ਹੀ ਚੰਚਲ ਘੋੜਾ ਪਕੜਾਇਆ ਜਾਂਦਾ ਹੈ। ਇੱਕ ਭਾਰ ਦਾ ਬੋਝਾ ਭਾਈ ਬਾਲੇ ਦੇ ਸਿਰ ਉੱਪਰ ਟਿਕਾਇਆ ਜਾਂਦਾ ਹੈ ਤੇ ਇੱਕ ਭਾਰ ਦਾ ਬੜਾ ਬੋਝਾ, ਬੜੀ ਪੰਡ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਉੱਪਰ ਟਿਕਾਈ ਜਾਂਦੀ ਹੈ। ਸਵਾਉ ਸੁਰਤ ਦੀ ਇਕਾਗਰਤਾ ਬਣਾਈਏ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਵੇਂ ਕਿਰਪਾ ਵਰਤਾ ਕੇ ਬਾਬਰ ਨੂੰ ਪਰਮਾਤਮਾ ਦਾ ਨਾਮ ਚੇਤੇ ਕਰਵਾਉਂਦੇ ਹਨ ਤੇ ਉਹਦੀ ਕੈਦ ਦੇ ਅੰਦਰ ਪਏ ਹੋਏ ਲੋਕ ਕਿਸ ਤਰ੍ਹਾਂ ਉਹਨਾਂ ਨੂੰ ਰਿਹਾ ਕਰਵਾਉਂਦੇ ਨੇ। ਚੱਲਦੇ ਪ੍ਰਕਰਨ ਦੇ ਅਨੁਸਾਰ ਇਤਿਹਾਸ ਸਰਵਣ ਕਰੀਏ। ਹਾਥ ਉੱਚੀ ਰਹੀ ਉਪਰ ਸੀਸ ਟਿਕੀ ਨਾ। ਹੁਣ ਜਿਸ ਸਮੇਂ ਭਾਈ ਮਰਦਾਨੇ ਨੂੰ ਚੰਚਲ ਘੋੜਾ ਪਕੜਾ ਦਿੱਤਾ, ਭਾਈ ਬਾਲੇ ਦੇ ਸਿਰ ਉੱਪਰ ਵੀ ਬੜੀ ਭਾਰੀ ਪੰਡ ਚੁਕਾ ਦਿੱਤੀ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸੀਸ ਦੇ ਉੱਪਰ ਜਦੋਂ ਬਾਬਰ ਦੇ ਸੈਨਿਕਾਂ ਨੇ ਪੰਡ ਉਹ ਬੋਝਾ ਭਾਰ ਰੱਖਣਾ ਕੀਤਾ ਤੇ ਕੀ ਵੇਖਦੇ ਪਏ ਨੇ, ਜਿਹੜਾ ਬੋਝਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸੀਸ ਦੇ ਉੱਪਰ ਰੱਖਿਆ ਜਾ ਰਿਹਾ ਹੈ, ਉਹ ਭਾਰ ਇੱਕ ਹੱਥ ਸਤਿਗੁਰੂ ਜੀ ਦੇ ਸੀਸ ਤੋਂ ਉੱਚਾ ਉੱਠ ਗਿਆ ਹੈ। ਚਲੇ ਸੰਗ ਸਹਜੇ ਪ੍ਰਭੂ ਜਹ ਡੇਰਾ ਤਹਿ ਕੀਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੁਤੇ ਸਿੱਧ ਸਹਿਜੇ ਹੀ ਉਸ ਦਿਸ਼ਾ ਵੱਲ ਨੂੰ ਚੱਲ ਪਏ ਜਿੱਥੇ ਕਿ ਇਹਨਾਂ ਬਾਬਰ ਦੇ ਸੈਨਿਕਾਂ ਨੇ ਆਪਣਾ ਡੇਰਾ ਕੀਤਾ ਹੋਇਆ ਹੈ। ਜੋ ਪਈ ਜਬ ਹੀ ਗਮਨੇ ਪੰਥ ਮੰਝਾਰੀ। ਜਿਸ ਸਮੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਰਾਸਤੇ ਦੇ ਉੱਪਰ ਤੁਰੇ ਜਾ ਰਹੇ ਹਨ, ਹਮ ਦੋਨੋਂ ਚੱਲ ਜਾਹੇ ਪਿਛਾਰੀ। ਭਾਈ ਬਾਲਾ ਜੀ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਕਹਿੰਦੇ ਨੇ, ਗਰੀਬ ਨਵਾਜ ਸਤਿਗੁਰੂ, ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿੱਛੇ ਪਿੱਛੇ ਦੋਨੋਂ ਮੈਂ ਤੇ ਭਾਈ ਮਰਦਾਨਾ ਚੱਲ ਰਹੇ ਹਾਂ। ਬੋਲੇ ਬਚਨ ਸੁਨੋ ਮਰਦਾਨਾ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤੁਰੇ ਜਾਂਦਿਆਂ ਆਪਣੀ ਰਸਨਾ ਤੋਂ ਭਾਈ ਮਰਦਾਨੇ ਨੂੰ ਬਚਨ ਆਖਣੇ ਕੀਤੇ। ਅਭੈ ਰਬਾਬ ਵਜਾਵੋ ਸੁਹਾਨਾ। ਕਹਿਣ ਲੱਗੇ, ਮਰਦਾਨਿਆ ਹੁਣੇ ਹੀ ਆਪਾਂ ਕਰਤਾਰ ਦੀ ਸਿਫਤ ਆਪਣੀ ਰਸਨਾ ਤੋਂ ਗਾਇਨ ਕਰਨੀ ਹੈ। ਇਸ ਕਰਕੇ ਭਾਈ ਮਰਦਾਨਾ ਜੀ ਹੁਣੇ ਹੀ ਤੁਸੀਂ ਸੋਹਣੇ ਤਰੀਕੇ ਦੇ ਨਾਲ ਰਬਾਬ ਵਜਾਉਣੀ ਕਰੋ। ਪ੍ਰਭ ਜੀ ਕਿਸ ਬਿਦ ਤਾਰ ਵਜਾਵੋ। ਹੁਣ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ
ਸੱਚੇ ਪਾਤਸ਼ਾਹ ਇਹ ਜਿਹੜਾ ਘੋੜਾ ਹੈ ਬਹੁਤ ਚੰਚਲ ਬੁੱਧ ਦਾ ਧਾਰਨੀ, ਬਹੁਤ ਉੱਚੀਆਂ ਉੱਚੀਆਂ ਛਲਾਂਗਾਂ ਲਗਾਉਣ ਵਾਲਾ ਹੈ। ਮਹਾਬਲੀ ਕਰ ਜੋਰ ਮਖਾਵਤ, ਬਹੁਤ ਬਲ ਧਾਰੀ, ਬੜਾ ਮਹਾਬਲੀ ਇਹ ਘੋੜਾ ਹੈ, ਬੜੇ ਜ਼ੋਰ ਦੇ ਨਾਲ। ਨਾਨਕ ਸਾਹਿਬ ਮਹਾਰਾਜ ਮੈਂ ਇਸ ਘੋੜੇ ਨੂੰ ਪਕੜਿਆ ਹੋਇਆ ਹੈ। ਜੇ ਛੁੱਟ ਜਾਏ ਤਾਏ ਕਿਤ ਜਾਏ। ਸਤਿਗੁਰੂ ਜੀ ਤੁਸੀਂ ਕਹਿੰਦੇ ਹੋ ਮੈਂ ਰਬਾਬ ਵਜਾਉਣੀ ਕਰਾਂ, ਜੇ ਮੈਂ ਘੋੜੇ ਨੂੰ ਇੱਕ ਵਾਰੀ ਛੱਡ ਦਿੱਤਾ ਤੇ ਪਰਤ ਕੇ ਇਹਨੇ ਮੇਰੇ ਹੱਥ ਵਿੱਚ ਨਹੀਂ ਆਉਣਾ। ਮੁਗਲ ਮਾਰੇ ਹੈ ਮੇਰੀ ਤਾਈ। ਫਿਰ ਸਤਿਗੁਰੂ ਜੀ ਜਿਹੜੇ ਮੁਗਲਾਂ ਦੇ ਸੈਨਿਕ, ਬਾਬਰ ਦੇ ਸੈਨਿਕ ਤੁਰੇ ਫਿਰਦੇ ਨੇ, ਜੇ ਘੋੜਾ ਛੱਡ ਦਿੱਤਾ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਮੈਨੂੰ ਮਾਰਨਾ ਕਰਨਗੇ। ਵਾਹਿਗੁਰੂ ਮੁਖ ਨਾਮ ਉਚਾਰੇ। ਹੁਣ ਜਦੋਂ ਭਾਈ ਮਰਦਾਨੇ ਨੇ ਬੇਨਤੀ ਕੀਤੀ, ਸਾਧ ਸੰਗਤ ਵੇਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਵੇਂ ਕਿਰਪਾ ਵਰਤਾਉਂਦੇ ਨੇ। ਭਾਈ ਮਰਦਾਨਾ ਕਹਿਣ ਲੱਗਾ, ਸਤਿਗੁਰੂ ਘੋੜਾ ਹੱਥ ਵਿੱਚ ਹੈ, ਮਹਾਬਲੀ ਚੰਚਲ ਮਤ ਦਾ ਧਾਰਨੀ ਘੋੜਾ, ਜੇ ਇੱਕ ਵੇਰਾ ਛੁੱਟ ਗਿਆ ਮੁੜ ਕੇ ਪਕੜਿਆ ਨਹੀਂ ਜਾਣਾ। ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਰਬਾਬ ਵਜਾਵਾਂ, ਕਿਵੇਂ ਰਬਾਬ ਵਜਾਉਣੀ ਕਰਾਂ? ਗੁਰੂ ਨਾਨਕ ਸਾਹਿਬ ਪਾਤਸ਼ਾਹ ਦਇਆ ਦੇ ਘਰ ਅੰਦਰ ਟਿਕੇ ਬਚਨ ਕੀਤੇ, ਮਰਦਾਨਿਆ ਵਾਹਿਗੁਰੂ ਆਪਣੀ ਰਸਨਾ ਤੋਂ ਉਚਾਰਨ ਕਰੋ। ਛੋਟੋ ਬਾਜ ਸੋ ਆਏ ਪਿਛਾਰੇ। ਵਾਹਿਗੁਰੂ ਆ ਕੇ ਇਸ ਘੋੜੇ ਦੀਆਂ ਜਿਹੜੀਆਂ ਬਾਗਾਂ ਤੁਸੀਂ ਪਕੜੀਆਂ ਹੋਈਆਂ ਨੇ ਉਹ ਛੱਡ ਦੇਵੋ ਤੇ ਘੋੜਾ ਆਪਣੇ ਆਪ ਤੁਹਾਡੇ ਪਿੱਛੇ ਚਲਿਆ ਆਵੇਗਾ। ਸੁਨ ਰਜਾਏ ਕੋ ਛੋਰਿਓ ਬਾਜਾ। ਹੁਣ ਭਾਈ ਮਰਦਾਨੇ ਨੇ ਸਤਿਗੁਰੂ ਜੀ ਦੇ ਪਵਿੱਤਰ ਹੁਕਮ ਨੂੰ ਮੰਨਣਾ ਕੀਤਾ। ਦਤਾਰ ਦੇ ਪਵਿੱਤਰ ਹੁਕਮ ਨੂੰ ਮੰਨ ਕਰਕੇ ਘੋੜੇ ਦੀਆਂ ਬਾਗਾਂ ਛੱਡ ਦਿੱਤੀਆਂ। ਲਗਿਓ ਵਜਾਵਨ ਆਨੋ ਬਾਜਾ। ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਭਾਈ ਮਰਦਾਨੇ ਨੇ ਉਸੇ ਸਮੇਂ ਸੋਹਣੇ ਰਾਗਾਂ ਦੇ ਅੰਦਰ ਰਬਾਬ ਵਜਾਉਣੀ ਕੀਤੀ। ਤੈ ਛਿਨ ਪ੍ਰਭੂ ਉੱਚ ਉਚਾਰੀ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਇਆ ਦੇ ਘਰ ਅੰਦਰ ਟਿਕੇ, ਜਦੋਂ ਮਰਦਾਨੇ ਨੇ ਰਬਾਬ ਦੀ ਸੁਰ ਦੱਬਣੀ ਕੀਤੀ, ਵਜਾਉਣੀ ਕੀਤੀ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉੱਚੀ ਆਵਾਜ਼ ਦੇ ਅੰਦਰ ਬਚਨ ਉਚਾਰਨ ਕੀਤੇ। ਕਿਨੋ ਸ਼ਬਦ ਸੋ ਰਾਗ ਮਜਾਰੀ। ਬੜੇ ਸੋਹਣੇ ਰਾਗ ਦੇ ਅੰਦਰ ਸਤਿਗੁਰੂ ਜੀ ਨੇ ਸ਼ਬਦ ਗਾਉਣਾ ਕੀਤਾ। ਆਸਾ ਮਹੱਲਾ ਪਹਿਲਾ। ਇਹ ਜਿਹੜਾ ਪਵਿੱਤਰ ਸ਼ਬਦ ਹੈ, ਆਸਾ ਰਾਗ ਦੇ ਅੰਦਰ ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਖੁਰਾਸਾਨ ਖਸਮਾਨਾ ਕੀਆ। ਖੁਰਾਸਾਨ ਤੋਂ ਭਾਵ ਜਿਹੜਾ ਸਿੰਧ ਦਰਿਆ ਦੇ ਪਰਲੇ ਪਾਸੇ ਦਾ ਇਲਾਕਾ ਹੈ, ਉਸ ਇਲਾਕੇ ਦਾ ਖਸਮ ਬਾਬਰ ਜਿਹੜਾ ਹਿੰਦੁਸਤਾਨ ਦੇ ਉੱਪਰ ਆਪਣੀਆਂ ਫੌਜਾਂ ਚੜਾ ਕੇ ਲੈ ਕੇ ਆਇਆ ਹੈ, ਤੇ ਉਹਦੇ ਵੱਲੋਂ ਚੜਾ ਕੇ ਲਿਆਂਦੀਆਂ ਫੌਜਾਂ ਦੇ ਨਾਲ ਜਿਹੜੀ ਤਬਾਹੀ ਹਿੰਦੁਸਤਾਨ ਦੇ ਅੰਦਰ ਮਚੀ ਹੈ, ਉਹਦੇ ਨਾਲ ਸਾਰੇ ਹਿੰਦੁਸਤਾਨ ਦੇ ਲੋਕਾਂ ਦੇ ਮਨ ਅੰਦਰ ਡਰ ਪੈਦਾ ਹੋ ਗਿਆ ਹੈ। ਆਪੇ ਦੋਸ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿਣ ਲੱਗੇ ਜਿਹੜਾ ਪਰਮਾਤਮਾ ਵਾਹਿਗੁਰੂ ਹੈ, ਜਿਹੜਾ ਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ, ਸਾਰੀ ਸ੍ਰਿਸ਼ਟੀ ਦਾ ਰਚਨਹਾਰਾ, ਉਹ ਮਾਲਕ ਆਪਣੇ ਆਪ ਕਿਸੇ ਨੂੰ ਦੋਸ਼ ਨਹੀਂ ਦਿੰਦਾ। ਉਹ ਆਪਣੇ ਸਿਰ ਕਿਸੇ ਵੀ ਤਰ੍ਹਾਂ ਦਾ ਕੋਈ ਦੋਸ਼ ਨਹੀਂ ਰੱਖਦਾ। ਉਹਨੇ ਮੁਗਲਾਂ ਦੇ ਰੂਪ ਦੇ ਵਿੱਚ ਜੰਮ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਚੜਾ ਕੇ ਲਿਆਉਣੇ ਕੀਤੇ। ਏਤੀ ਮਾਰ ਪਈ ਕਰ ਰਾਣੈ, ਤੈ ਕੀ ਦਰਦ ਨਾ ਆਇਆ। ਇੰਨੇ ਬੁਰੇ ਤਰੀਕੇ ਦੇ ਨਾਲ ਇਹਨਾਂ ਮੁਗਲਾਂ ਨੇ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਰਹਿਣ ਵਾਲੇ ਹਿੰਦੂ ਪਠਾਨਾਂ ਨੂੰ ਮਾਰਨੀ ਕੀਤੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਲਕ ਜੀ ਇਹਨਾਂ ਦੀ ਕੁਰਲਾਹਟ ਦੇ ਨਾਲ ਕੀ ਤੁਹਾਨੂੰ ਦਰਦ ਨਹੀਂ ਆਇਆ? ਕਰਤਾ ਤੂੰ ਸਭਨਾ ਸੋਈ। ਇਹ ਸਾਰੀ ਸ੍ਰਿਸ਼ਟੀ ਦੇ ਰਚਨਹਾਰ ਪਰਮਾਤਮਾ ਵਾਹਿਗੁਰੂ ਜੀ, ਤੁਸੀਂ ਹੀ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲੇ ਹੋ। ਜੇ ਸਕਤਾ ਸਕਤੇ ਕੋ ਮਾਰੇ,
ਤਾਂ ਮਨ ਰੋਸ ਨਾ ਹੋਈ। ਜੇਕਰ ਕੋਈ ਤਖੜੇ ਇਨਸਾਨ ਨੂੰ ਮਾਰ ਨਾ ਕਰੇ, ਜੇਕਰ ਕਿਸੇ ਤਕੜੇ ਜ਼ੋਰ ਵਾਲੇ ਦਾ ਲੜਾਈ ਝਗੜਾ ਕਿਸੇ ਜ਼ੋਰਾਵਰ ਨਾਲ ਹੋ ਜਾਵੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਤਖੜਾ ਕਿਸੇ ਤਕੜੇ ਦੂਸਰੇ ਨੂੰ ਮਾਰੇ ਤੇ ਮਨ ਅੰਦਰ ਰਚਕ ਮਾਤਰ ਵੀ ਰੋਸ ਨਹੀਂ ਆਉਂਦਾ। ਰਹਾਉ ਇੱਥੇ ਠਹਿਰਾਓ ਹੈ। ਸਤਾ ਸਿਹੋ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ। ਸਤਿਗੁਰੂ ਕਹਿਣ ਲੱਗੇ ਇੱਥੇ ਤਾਂ ਸੈਦਪੁਰ ਦੇ ਅੰਦਰ ਜਿਹੜੇ ਹਾਲਾਤ ਬਣੇ ਨੇ, ਸਕਤਾ ਸਿਹੋ, ਸ਼ੀ ਦਾ ਅਰਥ ਹੈ ਸ਼ੇਰ। ਕਹਿੰਦੇ ਜਿਵੇਂ ਸਕਤਾ ਜ਼ੋਰ ਵਾਲਾ ਸ਼ੇਰ ਮਾਰੇ ਪੈ ਵੱਗੈ, ਭਾਵ ਗਾਈਆਂ ਦੇ ਬੱਗ ਦੇ ਉੱਪਰ ਚੜ ਕੇ ਆ ਜਾਵੇ। ਖਸਮੈ ਸਾਪ ਉਸਰਾਈ, ਕਹਿੰਦੇ ਫਿਰ ਉਸ ਬੱਗ ਦੇ ਜਿਹੜੇ ਮਾਲਕ ਹੁੰਦੇ ਨੇ ਨਾ, ਉਹਨਾਂ ਦੀ ਪੁੱਛ ਪੜਤਾਲ ਕੀਤੀ ਜਾਂਦੀ ਹੈ। ਰਤਨ ਬਿਗਾੜ ਬਿਗੋਏ ਕੁੰਤੀ ਮੁਆਸਾਰ ਨਾ ਕਾਈ। ਹੇ ਪਰਮਾਤਮਾ ਵਾਹਿਗੁਰੂ ਜੀ, ਰਤਨਾ ਵਰਗੇ ਵੇਖ ਕਿੰਨੇ ਸੋਹਣੇ ਇਸਤਰੀਆਂ ਪੁਰਸ਼ ਸੈਦਪੁਰ ਦੇ ਅੰਦਰ ਰਹਿੰਦੇ ਸਨ। ਇਹਨਾਂ ਸਾਰੇ ਰਤਨਾ ਵਰਗੇ ਲੋਕਾਂ ਨੂੰ ਇਹ ਜਿਹੜੇ ਮੁਗਲ ਚੜ ਕੇ ਆਏ ਉਹਨਾਂ ਨੇ ਵਿਗਾੜ ਕੇ ਰੱਖ ਦਿੱਤਾ। ਸਤਿਗੁਰੂ ਕਹਿੰਦੇ ਨੇ ਕੁੱਤਿਆਂ ਵਰਗੇ ਮੁਗਲ ਜਿਨ੍ਹਾਂ ਨੇ ਰਤਨਾ ਵਰਗੇ ਲੋਕਾਂ ਨੂੰ ਵਿਗਾੜ ਕੇ ਰੱਖ ਦਿੱਤਾ, ਉਹਨਾਂ ਦੀ ਦਸ਼ਾ ਵਿਗਾੜ ਦਿੱਤੀ। ਤੇ ਜਿਹੜੇ ਮਰ ਚੁੱਕੇ ਹਨ ਉਹਨਾਂ ਮੋਇਆਂ ਦੀ ਕੋਈ ਸਾਰ ਲੈਣ ਵਾਲਾ ਨਹੀਂ ਹੈ। ਆਪੇ ਜੋੜ ਵਿਛੋੜੇ ਆਪੇ ਵੇਖ ਤੇਰੀ ਵਡਿਆਈ। ਹੇ ਪਰਮੇਸ਼ਰ ਵਾਹਿਗੁਰੂ ਜੀ, ਤੁਸੀਂ ਆਪ ਹੀ ਜੀਵਾਂ ਨੂੰ ਜੋੜਨ ਵਾਲੇ, ਆਪ ਹੀ ਜੀਵਾਂ ਨੂੰ ਵਿਛੋੜਾ ਪਾਉਣ ਵਾਲੇ, ਆਪ ਹੀ ਮਿਲਾਉਣ ਵਾਲੇ ਹੋ, ਆਪ ਹੀ ਮਿਲਾ ਕੇ ਵਿਛੋੜਨ ਵਾਲੇ ਹੋ। ਵੇਖ ਤੇਰੀ ਵਡਿਆਈ। ਹੇ ਦਾਤਾ ਜੀ, ਮੈਂ ਤੇਰੀ ਇਸ ਵਡਿਆਈ ਨੂੰ ਵੇਖ ਰਿਹਾ ਹਾਂ। ਜੇ ਕੋ ਨਾਉ ਤਰਾਏ ਵੱਡਾ ਸਾਧ ਕਰੇ ਮਨ ਪਾਣੇ। ਜੇਕਰ ਕੋਈ ਸੰਸਾਰ ਦੇ ਅੰਦਰ ਆਪਣਾ ਨਾਉ ਵੱਡਾ ਧਰਾ ਲਵੇ ਤੇ ਸੰਸਾਰ ਦੇ ਅੰਦਰ ਵਿਚਰਦਿਆਂ ਸੰਸਾਰ ਦੇ ਪਦਾਰਥਾਂ ਦੇ ਅੰਦਰ, ਰਸਾਂ ਕਸਾਂ ਦੇ ਅੰਦਰ, ਉਹਨਾਂ ਸਵਾਦਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰੇ। ਖਸਮੈ ਨਦਰੀ ਕੀੜਾ ਆਵੇ ਜੇਤੇ ਚੁਗੈ ਦਾਣੇ। ਸੰਸਾਰ ਦੇ ਅੰਦਰ ਨਾਮ ਤਾਂ ਵੱਡਾ ਧਰਾ ਲਿਆ, ਮਨ ਭਾਉਂਦੇ ਖਾਣੇ ਪਕਵਾਨ ਵੀ ਉਹਨੇ ਛਕਣੇ ਕੀਤੇ, ਪਰ ਖਸਮ ਪਰਮਾਤਮਾ ਵਾਹਿਗੁਰੂ ਜੀ ਦੀ ਨਦਰ ਦੇ ਅੰਦਰ ਉਹਦੀ ਔਕਾਤ ਇੱਕ ਕੀੜੇ ਦੀ ਨਿਆਈ ਹੈ। ਜਿਵੇਂ ਇੱਕ ਕੀੜਾ ਜ਼ਮੀਨ ਦੇ ਉੱਪਰ ਰੇਂਗਦਾ ਹੋਇਆ ਦਾਣੇ ਚੁਗਦਾ ਹੈ। ਮਰ ਮਰ ਜੀਵੈ ਤਾਕ ਛਪਾਏ ਨਾਨਕ ਨਾਮ ਬਖਾਣੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਭਾਈ ਜਿਹੜੇ ਸੰਸਾਰ ਦੇ ਅੰਦਰ ਨਾਮ ਦਾ ਵਖਿਆਨ ਕਰਦੇ ਨੇ, ਮਰ ਮਰ ਜੀਵੈ ਤਾਂ ਕਿਛ ਪਾਏ। ਮਰ ਮਰ ਜੀਵੈ ਤੋਂ ਭਾਵ ਜਿਹੜੇ ਆਪਣੇ ਅੰਦਰ ਨੂੰ ਮਾਇਕੀ ਪਦਾਰਥਾਂ ਵਾਲੇ ਪਾਸੇ ਤੋਂ ਮਾਰ ਲੈਂਦੇ ਨੇ, ਜਿਹੜੇ ਅੰਦਰੋਂ ਵਿਕਾਰਾਂ ਨੂੰ ਖਤਮ ਕਰਕੇ ਪਰਮੇਸ਼ਰ ਦੇ ਨਾਮ ਨੂੰ ਆਰਾਧਦੇ ਹਨ, ਉਹਨਾਂ ਨੂੰ ਜੀ ਦਾਨ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਬਚਨ ਆਪਾਂ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਉ, ਵੀ ਪਰਮਾਤਮਾ ਜੀ ਮੈਂ ਤੁਹਾਡੇ ਨਾਮ ਨੂੰ ਰਸਨਾ ਤੋਂ ਆਖਦਾ ਹਾਂ, ਮੈਨੂੰ ਜੀਵਨ ਪ੍ਰਾਪਤ ਹੁੰਦਾ ਹੈ। ਤੇ ਜੇਕਰ ਮੈਂ ਤੁਹਾਡੇ ਨਾਮ ਨੂੰ ਨਹੀਂ ਆਖਦਾ, ਆਤਮਿਕ ਤੌਰ ਤੇ ਮੇਰੀ ਮੌਤ ਹੋ ਜਾਂਦੀ ਹੈ। ਤੇ ਜਿਹੜਾ ਕੋਈ ਆਪਣੇ ਆਪ ਨੂੰ ਵਿਕਾਰਾਂ ਵਾਲੇ ਪਾਸੇ ਤੋਂ ਖਤਮ ਕਰ ਲੈਂਦਾ ਹੈ, ਉਹਨੂੰ ਜੀ ਦਾਨ ਪ੍ਰਾਪਤ ਹੋ ਜਾਂਦਾ ਹੈ ਤਾਂ ਕਿਛ ਪਾਏ। ਕਹਿੰਦੇ ਫਿਰ ਉਹਨੂੰ ਸੰਸਾਰ ਦੇ ਅੰਦਰ ਕੁਝ ਵਸਤ ਭਾਵ ਪਰਮਾਤਮਾ ਜੀ ਦੀ ਅਗੰਮੀ ਦਾਤ ਦੀ ਪ੍ਰਾਪਤੀ ਹੋ ਜਾਂਦੀ ਹੈ। ਚੋਪਈ ਇਸ ਬਿਦ ਗਾਵਤ ਮਾਰਗ ਜਾਹੀ। ਹੁਣ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਪਏ ਨੇ। ਭਾਈ ਮਰਦਾਨੇ ਦੇ ਪਿੱਛੇ ਉਹ ਚੰਚਲ ਮਹਾਬਲੀ ਘੋੜਾ, ਜਿਸ ਬਾਬਤ ਭਾਈ ਮਰਦਾਨਾ ਜੀ ਕਹਿੰਦੇ ਸਨ, ਸਤਿਗੁਰੂ ਜੇ ਇੱਕ ਵੇਰਾ ਹੱਥੋਂ ਛੁੱਟ ਗਿਆ, ਪਰਤ ਕੇ ਇਹਨੇ ਹੱਥ ਨਹੀਂ ਆਉਣਾ।
ਉਹ ਘੋੜਾ ਭਾਈ ਮਰਦਾਨਾ ਜੀ ਦੇ ਪਿੱਛੇ ਪਿੱਛੇ ਚੱਲਿਆ ਆ ਰਿਹਾ ਹੈ ਤੇ ਭਾਈ ਮਰਦਾਨਾ ਜੀ ਪ੍ਰੇਮ ਦੇ ਵਿੱਚ ਰਬਾਬ ਵਜਾ ਰਹੇ ਹਨ। ਗੁਰੂ ਨਾਨਕ ਸਾਹਿਬ ਪਾਤਸ਼ਾਹ ਇਹ ਪਵਿੱਤਰ ਬਚਨ ਆਪਣੀ ਰਸਨਾ ਤੋਂ ਗਾਉਂਦਿਆਂ ਮਾਰਗ ਦੇ ਉੱਪਰ ਚਲੇ ਜਾ ਰਹੇ ਹਨ। ਸਦਾ ਏਕ ਰਸ ਆਨੰਦ ਮਾਹੀ। ਐਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਸਦੀਵ ਕਾਲ ਵਾਸਤੇ ਇੱਕ ਰਸ ਆਨੰਦ ਦੇ ਅੰਦਰ ਰਹਿੰਦੇ ਹਨ। ਲੋਕ ਬਿਲੋਕਤ ਬਹੁ ਬਿਸਮਾਏ। ਹੁਣ ਜਦੋਂ ਸਤਿਗੁਰੂ ਜੀ ਮਾਰਗ ਦੇ ਉੱਪਰ ਤੁਰੇ ਜਾ ਰਹੇ ਨੇ, ਜਿਹੜੇ ਉਥੋਂ ਦੇ ਵਸਨੀਕ ਲੋਕ ਨੇ, ਜਦੋਂ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਵੇਖਦੇ ਨੇ, ਵੇਖ ਕਰਕੇ ਬਹੁਤ ਹੈਰਾਨ ਹੋ ਰਹੇ ਹਨ। ਇਹੋ ਅਚਰਜ ਕਿਛ ਲਖਿਓ ਨਾ ਜਾਏ। ਉਹ ਇੱਕ ਦੂਸਰੇ ਦੇ ਨਾਲ ਗੱਲਾਂ ਬਾਤਾਂ ਕਰਦਿਆਂ ਕਹਿੰਦੇ ਨੇ, ਕਹਿੰਦੇ ਵੇਖੋ ਕਿਹੋ ਜਿਹਾ ਬਿਸਮਾਦਕ ਕੌਤਕ ਹੈ। ਇਹ ਜਿਹੜਾ ਕੌਤਕ ਕੇ ਫਕੀਰ ਸਾਈਂ ਵਰਤਾ ਰਿਹਾ ਹੈ, ਇਹੋ ਜਿਹਾ ਕੌਤਕ ਪਹਿਲਾਂ ਕਦੀ ਵੇਖਣਾ ਨਹੀਂ ਕੀਤਾ। ਸਿਰ ਤੇ ਕਰ ਉੱਚੋ ਹੈ ਪਾਰਾ। ਉਹ ਲੋਕ ਬਾਤਾਂ ਕਰ ਰਹੇ ਨੇ, ਕਹਿੰਦੇ ਵੇਖੋ ਇਹ ਫਕੀਰ ਦੇ ਸਿਰ ਉੱਤੇ ਭਾਰ ਰੱਖਿਆ ਹੋਇਆ ਹੈ, ਪਰ ਉਹ ਭਾਰ ਇੱਕ ਹੱਥ ਇਸ ਫਕੀਰ ਦੇ ਸੀਸ ਤੋਂ ਉੱਚਾ ਹੈ। ਬਹੋਰੋ ਚਲਿਓ ਜਾਏ ਸੰਗਾਰਾ। ਤੇ ਇਸੇ ਤਰੀਕੇ ਦੇ ਨਾਲ ਜਿਹੜਾ ਇਹਦਾ ਸਾਥੀ ਇਹਦੇ ਨਾਲ ਚੱਲਿਆ ਜਾ ਰਿਹਾ ਹੈ, ਦੂਸਰ ਕੀ ਹੈ ਤਰੰਗ ਪਿਛਾਰੀ। ਉਹਦੇ ਪਿੱਛੇ ਪਿੱਛੇ ਘੋੜਾ ਆਪਣੇ ਆਪ ਉਹਦੀ ਆਗਿਆ ਦੇ ਅਨੁਸਾਰ ਚੱਲਿਆ ਆ ਰਿਹਾ ਹੈ। ਚਲਿਓ ਜਾਤ ਬਿਨ ਗਏ ਮੁਹਾਰੀ। ਉਸ ਘੋੜੇ ਦੀਆਂ ਵਾਗਾਂ ਨੂੰ ਕਿਸੇ ਨੇ ਪਕੜਿਆ ਨਹੀਂ ਹੋਇਆ, ਬਲਕਿ ਬਹੁਤ ਸੀਲ ਹੋ ਕਰਕੇ ਉਸ ਰਬਾਬ ਵਜਾਉਣ ਵਾਲੇ ਦੇ ਪਿੱਛੇ ਆਉਣਾ ਕਰ ਰਿਹਾ ਹੈ। ਕਿਤ ਕਹੈ ਸੰਤ ਹੋ ਕੋਈ। ਹੁਣ ਜਦੋਂ ਲੋਕ ਇਸ ਕੌਤਕ ਨੂੰ ਵੇਖਦੇ ਨੇ, ਕੋਈ ਇਸ ਕੌਤਕ ਨੂੰ ਵੇਖ ਕਰਕੇ ਕਹਿੰਦਾ ਹੈ ਵੀ ਇਹ ਕੋਈ ਪ੍ਰਮਾਤਮਾ ਦੇ ਘਰ ਅੰਦਰ ਪ੍ਰਵਾਨ ਹੋਇਆ ਸੰਤ ਮਹਾਪੁਰਸ਼ ਹੈ। ਕਿਦੋ ਖੁਦਾਏ ਆਪ ਹੀ ਹੋਈ। ਕੋਈ ਕਹਿੰਦਾ ਇਹ ਸੰਤ ਮਹਾਪੁਰਸ਼ ਨਹੀਂ, ਬਲਕਿ ਇਹ ਤਾਂ ਖੁਦਾ ਆਪ ਚਲਿਆ ਆ ਰਿਹਾ ਹੈ। ਅਤ ਅਜਰਥ ਅਤ ਸਮਰਥ ਅਜਮਤ ਮਹਿ ਪਾਰੀ। ਉਹ ਲੋਕ ਕਹਿੰਦੇ ਹਨ ਵੀ ਇਹ ਕੋਈ ਸਮਰੱਥ ਬਲੀ ਹੈ, ਜਿਹੜਾ ਕਰਾਮਾਤਾਂ ਦੇ ਅੰਦਰ ਭਰਪੂਰ ਹੈ। ਐਸੋ ਕਬਨ ਹੈ ਵਿਖਾ ਅਗਾਰੀ। ਇਹੋ ਜਿਹਾ ਦ੍ਰਿਸ਼ ਅਸੀਂ ਪਹਿਲੋਂ ਕਦੀ ਵੀ ਆਪਣੇ ਜੀਵਨ ਦੇ ਅੰਦਰ ਵੇਖਣਾ ਨਹੀਂ ਕੀਤਾ। ਵੇਖੋ ਸੀਸ ਦੇ ਉੱਤੇ ਭਾਰ ਚੁੱਕਿਆ ਹੋਇਆ ਹੈ, ਪਰ ਭਾਰ ਇੱਕ ਹੱਥ ਇਸ ਫਕੀਰ ਦੇ ਸੀਸ ਤੋਂ ਉੱਚਾ ਹੋ ਕੇ ਉਹਦੇ ਨਾਲ ਨਾਲ ਚੱਲਿਆ ਜਾ ਰਿਹਾ ਹੈ, ਤੇ ਦੂਜਾ ਇਹਦਾ ਸਾਥੀ ਜਿਹਦੇ ਪਿੱਛੇ ਚੰਚਲ ਮੱਤ ਦਾ ਘੋੜਾ ਬਿਨਾਂ ਕਿਸੇ ਆਗਿਆ ਤੋਂ ਆਪਣੇ ਆਪ ਚੱਲ ਰਿਹਾ ਹੈ। ਹੱਥ ਬੰਦ ਕੈ ਬੰਧਨ ਕਰਹੀ। ਉਹ ਲੋਕ ਜਦੋਂ ਇਸ ਬਿਸਮਾਦਕ ਕੌਤਕ ਨੂੰ ਵੇਖਦੇ ਨੇ, ਵੇਖ ਕਰਕੇ ਦੋਨੋਂ ਹੱਥ ਜੋੜ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਉੱਪਰ ਨਮਸਕਾਰਾਂ ਕਰਨ ਲੱਗੇ। ਚਰਨ ਕਮਲ ਮਹਿ ਸਰਦਾ ਤਰਹੀ। ਉਹਨਾਂ ਨੇ ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਦੀ ਸਰਦਾ ਮਨ ਅੰਦਰ ਧਾਰਨ ਕੀਤੀ। ਇਸ ਪ੍ਰਕਾਰ ਪਹੁੰਚਿਓ ਜਬ ਡੇਰੇ। ਇਸ ਤਰੀਕੇ ਦੇ ਨਾਲ ਪਰਮਾਤਮਾ ਜੀ ਦੀ ਸਿਫਤ ਕਰਦੇ ਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਕੀ ਜਿਹੜੇ ਕੈਦ ਕੀਤੇ ਹੋਏ ਕੈਦੀ ਹਨ, ਉਹਨਾਂ ਦੇ ਨਾਲ ਉਸ ਸਥਾਨ ਤੇ ਪਹੁੰਚ ਗਏ ਜਿੱਥੇ ਮੁਗਲਾਂ ਨੇ ਆਪਣਾ ਡੇਰਾ ਕੀਤਾ ਹੋਇਆ ਹੈ। ਆਵਤ ਮੁਗਲ ਤਿਸ ਨਹਿਰੇ। ਹੁਣ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਉਂਦੇ ਪਏ ਸਨ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਉਂਦਿਆਂ ਸਮੇਂ ਬਹੁਤ ਮੁਗਲਾਂ ਨੇ ਵੇਖਣਾ ਕੀਤਾ। ਇਸ ਵਿਦ ਅਚਰਜ ਲਖਿਓ ਤਮਾਸਾ। ਉਸ ਸਮੇਂ ਜਦੋਂ ਉਹਨਾਂ ਮੁਗਲਾਂ ਨੇ ਦੇਖਿਆ, ਆਮ ਵਸਨੀਕਾਂ ਨੇ ਕੌਤਕ ਨੂੰ ਵੇਖਣਾ ਕੀਤਾ, ਤੇ ਬੜੀ ਭਾਰੀ ਗਿਣਤੀ ਦੇ ਅੰਦਰ ਲੋਕ ਉੱਥੇ ਇਕੱਤਰਤ ਹੋ ਗਏ ਹਨ। ਗਇਓ ਦੌਰ ਬਾਬਰ ਕੇ ਪਾਸਾ। ਹੁਣ ਕੁਝ ਸੈਨਿਕ ਦੌੜ ਕੇ ਉਸੇ ਸਮੇਂ ਬਾਬਰ ਦੇ ਕੋਲ ਪਹੁੰਚ ਗਏ। ਨਿਕਟ ਬੈਠ ਕੇ ਗਿਰਾ ਉਚਾਰੀ। ਉਹਨਾਂ ਜਾ ਕਰਕੇ ਬਾਬਰ ਨੂੰ ਸਾਰੀ ਬਾਤ ਦੱਸਣੀ ਕੀਤੀ। ਇੱਕ ਦਰਵੇਸ਼ ਹੈ ਬੰਦ ਮਝਾਰੀ। ਇਹ ਬਾਬਰ ਬਾਦਸ਼ਾਹ ਜਿਹੜੇ ਲੋਕ ਆਪਾਂ ਨੇ ਕੈਦ ਕੀਤੇ ਨੇ,
ਉਹਨਾਂ ਲੋਕਾਂ ਦੇ ਅੰਦਰ ਇੱਕ ਪਰਮਾਤਮਾ ਖੁਦਾ ਦਾ ਪਿਆਰਾ ਦਰਵੇਸ਼ ਵੀ ਗ੍ਰਿਫਤਾਰ ਹੋ ਗਿਆ ਹੈ। ਦੋਹਰਾ ਅਚਰਜ ਸਭ ਵਿਲੋਕਿਓ ਅਤ ਅਜ ਮਤ ਮਹਿ ਪੂਰ। ਹੁਣ ਉਹ ਲੋਕ ਜਿਹੜੇ ਬਾਬਰ ਕੋਲ ਪਹੁੰਚੇ ਨੇ, ਉਹਦੇ ਸੈਨਿਕ, ਉਹ ਦੱਸਦੇ ਪਏ ਨੇ, ਕਹਿਣ ਲੱਗੇ ਬਾਬਰ ਅੱਜ ਅਸੀਂ ਆਪਣੀਆਂ ਇਹਨਾਂ ਦੀਦਿਆਂ ਦੇ ਨਾਲ, ਇਹਨਾਂ ਅੱਖਾਂ ਦੇ ਨਾਲ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਕੌਤਕ ਵੇਖਣਾ ਕੀਤਾ। ਬੂਝ ਦਿਓ ਸਿਰ ਤਾਹੇ ਕੇ ਰਹਿਓ ਏਕ ਘਰ ਦੂਰ। ਬਾਬਰ ਪੁੱਛ ਰਿਹਾ ਹੈ, ਕਹਿਣ ਲੱਗਾ ਵੀ ਕੀ ਕੌਤਕ ਵੇਖਣਾ ਕੀਤਾ। ਹੁਣ ਸੈਨਿਕ ਦੱਸ ਰਹੇ ਨੇ, ਕਹਿੰਦੇ ਇੱਕ ਕਰਾਮਾਤਾਂ ਦੇ ਨਾਲ ਭਰਪੂਰ ਫਕੀਰ, ਉਹਦੇ ਸਿਰ ਉੱਤੇ ਜਦੋਂ ਅਸੀਂ ਭਾਰ ਦਾ ਬੋਝਾ ਰੱਖਣਾ ਕੀਤਾ, ਉਹ ਬੋਝ ਅਸੀਂ ਉਹਦੇ ਸੀਸ ਤੇ ਟਿਕਾਉਣਾ ਕੀਤਾ, ਪਰ ਇੱਕ ਹੱਥ ਉਹ ਬੋਝਾ ਉਹਦੇ ਸੀਸ ਤੋਂ ਉੱਚਾ ਉੱਠ ਗਿਆ। ਚੋਪਈ ਏਕ ਡੂਮ ਮੈਂ ਜਾਹੇ ਸੰਗਾ। ਉਹ ਜਿਤਨਾ ਸਮਾਂ ਬੋਝਾ ਲੈ ਕਰਕੇ ਫਕੀਰ ਨੇ ਤੁਰਨਾ ਕੀਤਾ, ਬੋਝਾ ਉਹਦੇ ਸੀਸ ਦੇ ਨਾਲ ਨਹੀਂ ਲੱਗਾ, ਇੱਕ ਹੱਥ ਉੱਚਾ ਰਿਹਾ ਹੈ ਤੇ ਨਾਲ ਹੀ ਇੱਕ ਮਰਾਸੀ ਉਸ ਫਕੀਰ ਦੇ ਨਾਲ ਚੱਲ ਰਿਹਾ ਹੈ। ਤਹਿ ਪਿਛੇ ਚੱਲ ਜਾਹੇ ਤੁਰੰਗਾ। ਬੜਾ ਚੰਚਲ ਮੱਤ ਦਾ ਮਹਾਬਲੀ ਘੋੜਾ ਜਿਹੜਾ ਅਸੀਂ ਉਸ ਫਕੀਰ ਦੇ ਸਾਥੀ ਨੂੰ ਪਕੜਾਉਣਾ ਕੀਤਾ, ਉਹਨੇ ਘੋੜੇ ਦੀਆਂ ਵਾਗਾਂ ਨੂੰ ਛੱਡ ਕੇ ਰਬਾਬ ਵਜਾਉਣੀ ਕੀਤੀ ਹੈ। ਤੇ ਜਿਹੜਾ ਘੋੜਾ ਸੀ ਉਹ ਬਿਨਾਂ ਕਿਸੇ ਹੀਲ ਹੁਜਤ ਤੋਂ ਉਸ ਮਰਾਸੀ ਸਾਥੀ ਦੇ ਮਗਰ ਮਗਰ ਚੱਲਿਆ ਆ ਰਿਹਾ ਸੀ। ਕਰਤ ਬੰਦਗੀ ਤਹਾਂ ਖੁਦਾਏ। ਰਸਤੇ ਦੇ ਅੰਦਰ ਜਦੋਂ ਉਹ ਫਕੀਰ ਤੁਰਿਆ ਆ ਰਿਹਾ ਸੀ, ਉਹਨੇ ਆਪਣੀ ਰਸਨਾ ਤੋਂ ਬੜਾ ਸੋਹਣਾ ਇੱਕ ਸ਼ਬਦ ਉਚਾਰਨ ਕੀਤਾ। ਮਾਨੋ ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਖੁਦਾ ਦੀ ਪਵਿੱਤਰ ਬੰਦਗੀ ਕਰ ਰਿਹਾ ਹੋਵੇ। ਆਪ ਵਿੱਚ ਕੋਲੋ ਚੱਲ ਜਾਹੇ ਥਾਏ। ਉਹ ਫਕੀਰ ਹੁਣ ਆਪਣੀ ਕੈਦ ਦੇ ਅੰਦਰ ਹੈ। ਹੇ ਬਾਬਰ, ਅਸੀਂ ਤੈਨੂੰ ਦੱਸਣ ਵਾਸਤੇ ਆਉਣਾ ਕੀਤਾ ਵੀ ਤੁਸੀਂ ਵੀ ਚੱਲ ਕਰਕੇ ਉਸ ਫਕੀਰ ਨੂੰ ਵੇਖਣਾ ਕਰੋ। ਓ ਸੁਨ ਬਾਬਰ ਬਚਨ ਬਖਾਨਾ। ਹੁਣ ਜਦੋਂ ਬਾਬਰ ਨੇ ਇਹ ਬਾਤ ਸੈਨਿਕਾਂ ਤੋਂ ਸੁਣਨੀ ਕੀਤੀ, ਸੈਨਿਕ ਆਖਦੇ ਪਏ ਨੇ, ਕਹਿਣ ਲੱਗੇ ਬਾਬਰ ਉਹ ਖੁਦਾ ਦੇ ਘਰ ਅੰਦਰ ਪ੍ਰਵਾਨ ਹੋਇਆ, ਅਜ਼ਮਤਾਂ ਦੇ ਨਾਲ ਭਰਪੂਰ ਕੋਈ ਖੁਦਾਈ ਨੂਰ ਹੈ, ਬੜੀ ਵੱਡੀ ਅਸੀਂ ਅਵੱਗਿਆ ਕਰ ਦਿੱਤੀ। ਉਹਦੇ ਸਿਰ ਉੱਤੇ ਬੋਝਾ ਰੱਖਿਆ, ਭਾਰ ਰੱਖਣਾ ਕੀਤਾ, ਭਾਰ ਇੱਕ ਹੱਥ ਉਚਾਰਿਆ। ਸਾਰੇ ਰਾਸਤੇ ਉਹ ਖੁਦਾ ਦੀ ਬੰਦਗੀ ਸਿਫਤ ਕਰਦਾ ਆਇਆ। ਬਾਬਰ ਨੇ ਜਦੋਂ ਇਹ ਬਾਤ ਸੁਣਨੀ ਕੀਤੀ, ਹੋਰ ਜੇ ਮੈਂ ਇਸ ਬਿਤ ਜਾਣਤ। ਉਹ ਸੈਨਿਕਾਂ ਨੂੰ ਕਹਿਣ ਲੱਗਾ, ਕਹਿੰਦਾ ਮੈਂ ਪਹਿਲਾਂ ਵੀ ਇਸ ਫਕੀਰ ਦੀ ਬਾਬਤ ਬਹੁਤ ਕੁਝ ਸੁਣਨਾ ਕੀਤਾ ਹੈ। ਇਸ ਪੁਰ ਕੋ ਨਹਿ ਮਾਰਗ ਥਾਈ। ਵੀ ਜੇਕਰ ਮੈਨੂੰ ਪਹਿਲੋਂ ਹੀ ਇਸ ਬਾਬਤ ਪਤਾ ਲੱਗ ਜਾਂਦਾ, ਮੈਂ ਇਸ ਨਗਰੀ ਦੇ ਉੱਪਰ ਹਮਲਾ ਨਾ ਕਰਦਾ। ਇਸ ਮੈਂ ਅਸ ਦਰਵੇਸ਼ ਰਹਾਈ। ਕਿਉਂਕਿ ਇਸ ਨਗਰੀ ਦੇ ਅੰਦਰ ਇਹੋ ਜੇ ਦਰਵੇਸ਼ ਪਰਮੇਸ਼ਰ ਦੇ ਪਿਆਰੇ ਰਹਿੰਦੇ ਹਨ। ਆਵਨ ਕੋ ਤਿਆਰ ਪਾਸ ਹੋਈ। ਉਸੇ ਸਮੇਂ ਬਾਬਰ ਆਪਣੀਆਂ ਭੁੱਲਾਂ ਬਖਸ਼ਾਉਣ ਦੇ ਲਈ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਆਉਣ ਦੇ ਲਈ ਤਿਆਰ ਹੋ ਗਿਆ। ਗੁਰੂ ਕਥਾ ਸੁਣੀਏ ਜੋਈ। ਹੁਣ ਭਾਈ ਬਾਲਾ ਜੀ ਕਹਿਣ ਲੱਗੇ, ਹੈ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ, ਉਧਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਜਿਉਂ ਹੋਈ ਉਹ ਸਾਰੀ ਕਥਾ ਸੁਣਨੀ ਕਰੋ। ਦਲ ਮਹਿ ਬਹੁਤ ਬੰਦ ਪਰ ਨਾਰੀ। ਹੁਣ ਉਸ ਸਮੇਂ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਥੇ ਡੇਰੇ ਦੇ ਅੰਦਰ, ਜਿੱਥੇ ਹੋਰ ਜਿਹੜੇ ਪਠਾਨ ਔਰਤਾਂ ਹਨ, ਪਠਾਨ ਪੁਰਸ਼ ਨੇ, ਹਿੰਦੂ ਔਰਤਾਂ, ਹਿੰਦੂ ਪੁਰਸ਼ ਕੈਦ ਕੀਤੇ ਹੋਏ ਨੇ, ਉਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕੈਦ ਕਰ ਦਿੱਤਾ ਹੈ। ਬਿਰਲਾਪਤ ਪ੍ਰਾਪਤ ਦੁਖ ਪਾਰੀ। ਉਹ ਇਸਤਰੀਆਂ ਪੁਰਸ਼ ਦੁੱਖ ਪ੍ਰਾਪਤ ਕਰਕੇ ਬਹੁਤ ਉੱਚੀ ਉੱਚੀ ਬਿਰਲਾਪ ਕਰ ਰਹੇ ਹਨ। ਸਰਬ ਜਾਤ ਜਿਦਣੀ ਹੁੰਦਵਾਣੀ। ਉਹਨਾਂ ਲੋਕਾਂ ਦੇ ਅੰਦਰ ਸਾਰੀਆਂ ਜਾਤੀਆਂ ਦੇ ਹਿੰਦੂ ਅਤੇ ਪਠਾਨ ਔਰਤਾਂ ਹਨ। ਇਹ ਤੁਰਕਣੀ ਆਦ ਪਠਾਣੀ। ਉਹਨਾਂ ਦੇ ਵਿੱਚ ਬਹੁਤਾਤ ਤੁਰਕਣੀਆਂ ਅਤੇ ਪਠਾਣੀਆਂ ਹਨ। ਸਭ ਕੇ ਚਾਕੀ ਤਰੀ ਅਗਾਰੀ। ਹੁਣ ਭਾਈ ਬਾਲਾ ਜੀ ਕਹਿੰਦੇ ਨੇ, ਹੈ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ,
ਉਹ ਜਿਹੜੀਆਂ ਔਰਤਾਂ ਜਿਹੜੇ ਪੁਰਸ਼ ਬਾਬਰ ਦੇ ਸੈਨਿਕਾਂ ਨੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕਣੇ ਕੀਤੇ ਨੇ, ਉੱਚੀ ਉੱਚੀ ਵਿਰਲਾਪ ਕਰ ਰਹੇ ਨੇ, ਰੋਂਦੇ ਪਏ ਨੇ। ਕਹਿੰਦੇ ਇੰਨੀ ਦੇਰ ਨੂੰ ਜਿਹੜੇ ਬਾਬਰ ਦੇ ਸੈਨਿਕ ਆਏ, ਉਹਨਾਂ ਨੇ ਲਿਆ ਕਰਕੇ ਚੱਕੀਆਂ ਆਟਾ ਪੀਸਣ ਵਾਲੀਆਂ ਉਹਨਾਂ ਸਾਰੇ ਕੈਦੀਆਂ ਦੇ ਅੱਗੇ ਰੱਖ ਦਿੱਤੀਆਂ। ਦਾਨਾ ਧਰਿਓ ਬਿਨਾ ਅਵਾਰੀ, ਉਹਨਾਂ ਦੇ ਕੋਲ ਕਾਫੀ ਮਣ ਦਾਣੇ ਲਿਆ ਕਰਕੇ ਰੱਖ ਦਿੱਤੇ। ਸ੍ਰੀ ਨਾਨਕ ਜਬ ਡੇਰੇ ਆਏ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਸਮੇਂ ਉਹਨਾਂ ਦੇ ਡੇਰੇ ਅੰਦਰ ਪਹੁੰਚਣਾ ਕੀਤਾ, ਸਿਰਪੁਰ ਤੇ ਬੋਝੋ ਉਤਾਰੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿਰ ਉੱਤੇ ਜਿਹੜਾ ਵਜਨ ਬੋਝਾ ਰੱਖਿਆ ਹੋਇਆ ਸੀ, ਉਹ ਪਠਾਣਾ ਨੇ, ਉਹਨਾਂ ਤੁਰਕ ਸੈਨਿਕਾਂ ਨੇ ਉਤਾਰ ਲਿਆ। ਬਿਠਾਏ ਨਿਜ ਬੰਦ ਮਜਾਰੀ, ਤੇ ਸਤਿਗੁਰੂ ਜੀ ਨੂੰ ਬਾਕੀ ਕੈਦੀਆਂ ਦੇ ਨਾਲ ਬਿਠਾ ਦਿੱਤਾ। ਤਵੈ ਚੱਕੀ ਜਬ ਆਨੀ ਪਾਰੀ, ਹੁਣ ਉਸ ਸਮੇਂ ਜਦੋਂ ਸਤਿਗੁਰੂ ਜੀ ਨੂੰ ਕੈਦ ਵਿੱਚ ਪਾ ਦਿੱਤਾ ਤੇ ਜਿਵੇਂ ਬਾਕੀ ਕੈਦੀਆਂ ਦੇ ਅੱਗੇ ਲਿਆ ਕਰਕੇ ਚੱਕੀਆਂ ਰੱਖੀਆਂ, ਭਾਈ ਬਾਲਾ ਜੀ ਕਹਿਣ ਲੱਗੇ ਵੀ ਉਹਨਾਂ ਨੇ ਹੋਰ ਚੱਕੀਆਂ ਲੈ ਕੇ ਆਉਣੀਆਂ ਕੀਤੀਆਂ। ਅੱਗੇ ਮੇਰੇ ਅਰ ਮਰਦਾਨੇ, ਭਾਈ ਬਾਲਾ ਜੀ ਕਹਿਣ ਲੱਗੇ ਇੱਕ ਚੱਕੀ ਉਹਨਾਂ ਮੇਰੇ ਅੱਗੇ ਲਿਆ ਕੇ ਰੱਖ ਦਿੱਤੀ ਤੇ ਇੱਕ ਚੱਕੀ ਉਹਨਾਂ ਨੇ ਭਾਈ ਮਰਦਾਨਾ ਜੀ ਦੇ ਅੱਗੇ ਲਿਆ ਕੇ ਰੱਖਣੀ ਕੀਤੀ। ਤਰੀ ਏਕ ਦਿਨੋਂ ਬੋਦਾਨੇ, ਤੇ ਨਾਲ ਹੀ ਬਹੁਤਾਤ ਮਣ ਦਾਣੇ ਉਹਨਾਂ ਲਿਆ ਕੇ ਸਾਡੇ ਕੋਲ ਰੱਖ ਦਿੱਤੇ। ਇੱਕ ਸ੍ਰੀ ਗੁਰੂ ਅਗਾਰੀ ਤਰ ਕੇ, ਹੁਣ ਇੱਕ ਉਹਨਾਂ ਨੇ ਚੱਕੀ ਲਿਆ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਰੱਖ ਦਿੱਤੀ। ਕਹਿਓ ਦੁਰਹੋ ਦਾਨਾ ਦੁਰਕੈ, ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਵੀ ਉਹਨਾਂ ਨੇ ਲਿਆ ਕਰਕੇ ਉਸ ਸਮੇਂ ਬਹੁਤ ਦਾਣੇ ਰੱਖਣੇ ਕੀਤੇ। ਹਮਿਲ ਦਰਸ਼ਨ ਲੱਗੇ ਦੁਤ ਦਾਨਾ, ਭਾਈ ਬਾਲਾ ਜੀ ਕਹਿਣ ਲੱਗੇ ਇਹ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ, ਉਹਨਾਂ ਚੱਕੀਆਂ ਹੱਥ ਚੱਕੀਆਂ ਸਾਡੇ ਕੋਲ ਲਿਆ ਕੇ ਰੱਖ ਦਿੱਤੀਆਂ, ਦਾਣੇ ਰੱਖ ਦਿੱਤੇ, ਹੁਕਮ ਦੇ ਦਿੱਤਾ ਵੀ ਇਹਨਾਂ ਦਾਣਿਆਂ ਨੂੰ ਤੁਸੀਂ ਹੁਣ ਪੀਸਣਾ ਕਰੋ। ਕਹਿੰਦੇ ਭਾਈ ਬਾਲਾ ਜੀ ਕਹਿੰਦੇ ਮੈਂ ਅਤੇ ਮਰਦਾਨੇ ਨੇ ਉਸੇ ਸਮੇਂ ਹੱਥ ਚੱਕੀਆਂ ਚਲਾ ਕੇ ਦਾਣੇ ਪੀਸਣੇ ਸ਼ੁਰੂ ਕਰ ਦਿੱਤੇ। ਜਿਸ ਨਰ ਨਾਰ ਕਰਤ ਤੇ ਥਾਨਾ, ਜਿਸ ਤਰ੍ਹਾਂ ਬਾਕੀ ਇਸਤਰੀਆਂ ਪੁਰਸ਼ ਚੱਕੀਆਂ ਚਲਾ ਕੇ ਦਾਣੇ ਪੀਸ ਰਹੇ ਸਨ, ਸਿਰ ਗੁਰ ਚਾਕੀ ਹੱਥ ਨਾ ਲਾਵੈ। ਕਹਿੰਦੇ ਉਹਨਾਂ ਲੋਕਾਂ ਨੇ ਚੱਕੀ ਲਿਆ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅੱਗੇ ਵੀ ਰੱਖ ਦਿੱਤੀ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਚੱਕੀ ਨੂੰ ਹੱਥ ਲਗਾਉਣਾ ਨਹੀਂ ਕੀਤਾ। ਨਿਜ ਕਰ ਸੋ ਦਾਨਾ ਮਤ ਪਾਵਹਿ, ਬਸ ਇੱਕ ਹੱਥ ਦੇ ਨਾਲ ਸਤਿਗੁਰੂ ਜੀ ਦਾਣੇ ਚੁੱਕ ਕੇ ਉਸ ਚੱਕੀ ਦੇ ਪੁੜ ਵਿਚਕਾਰ ਪਾਉਣ ਲੱਗੇ। ਸੀਕਰ ਫਿਰੈ ਅਤ ਹੀ ਸੋਈ, ਉਹ ਜਿਹੜੀ ਚੱਕੀ ਸੀ ਉਹ ਆਪਣੇ ਆਪ ਫਿਰਨ ਲੱਗ ਗਈ। ਸੱਚੇ ਪਾਤਸ਼ਾਹ ਜੀ ਉਸ ਚੱਕੀ ਨੂੰ ਚਲਾਉਂਦੇ ਨਹੀਂ ਪਏ, ਕੇਵਲ ਦਾਣੇ ਉਹਦੇ ਪੁੜਾਂ ਦੇ ਵਿਚਕਾਰ ਪਾਉਂਦੇ ਪਏ ਨੇ, ਆਪਣੇ ਆਪ ਉਹ ਚੱਕੀ ਚੱਲ ਰਹੀ ਹੈ। ਖਸਮ ਬਿਲੋਕਤ ਤਹ ਸਭ ਕੋਈ, ਹੁਣ ਜਿਹੜੇ ਲੋਕ ਉਥੇ ਬਾਬਰ ਦੀ ਕੈਦ ਦੇ ਅੰਦਰ ਬੈਠੇ ਸਨ ਤੇ ਬਾਬਰ ਦੇ ਸੈਨਿਕ ਜਿਹੜੇ ਨਜ਼ਰਸਾਨੀ ਕਰ ਰਹੇ ਸਨ, ਜਦੋਂ ਉਹਨਾਂ ਨੇ ਇਹ ਦ੍ਰਿਸ਼ ਵੇਖਣਾ ਕੀਤਾ ਵੀ ਚੱਕੀ ਆਪਣੇ ਆਪ ਚੱਲ ਰਹੀ ਹੈ, ਇਹ ਦ੍ਰਿਸ਼ ਵੇਖ ਕਰਕੇ ਉਹ ਬਹੁਤ ਹੈਰਾਨ ਹੋ ਗਏ। ਇਤਨੇ ਮਹਿ ਬਾਬਰ ਚਲ ਆਇਓ, ਇੰਨੀ ਦੇਰ ਨੂੰ ਬਾਬਰ ਦੇ ਸੈਨਿਕ ਜਿਹੜੇ ਉਹਨੂੰ ਲੈਣ ਵਾਸਤੇ ਗਏ ਸਨ, ਉਹਨਾਂ ਦੇ ਨਾਲ ਬਾਬਰ ਨੇ ਵੀ ਚੱਲ ਕੇ ਉਸ ਸਥਾਨ ਤੇ ਪਹੁੰਚਣਾ ਕੀਤਾ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੁਭਾਏਮਾਨ ਹਨ। ਚਰਨ ਕਮਲਪੁਰ ਸੀਸ ਨਿਵਾਏ, ਹੁਣ ਜਦੋਂ ਬਾਬਰ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ, ਉਹਨੇ ਚੱਲਦੀ ਹੋਈ ਚੱਕੀ ਜੋ ਆਪਣੇ ਆਪ ਚੱਲ ਰਹੀ ਸੀ ਉਹਨੂੰ ਵੇਖਣਾ ਕੀਤਾ ਤੇ ਹਿਰਦੇ ਦੇ ਅੰਦਰ ਬਹੁਤ ਹੈਰਾਨ ਹੋਇਆ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ਦੇ ਉੱਪਰ ਬਾਬਰ ਨੇ ਨਮਸਕਾਰ ਕੀਤੀ। ਦੋਹਰਾ ਸ੍ਰੀ ਨਾਨਕ ਅਵਲੋਕ ਕੈ ਬੋਲੇ ਸ਼ਬਦ ਉਠਾਏ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਖਣਾ ਕੀਤਾ ਵੀ ਬਾਬਰ ਆਇਆ,
ਉਹਨੂੰ ਵੇਖ ਕਰਕੇ ਸਤਿਗੁਰੂ ਜੀ ਨੇ ਆਪਣੀ ਰਸਨਾ ਤੋਂ ਪਵਿੱਤਰ ਸ਼ਬਦ ਉਚਾਰਨ ਕੀਤਾ। ਸਭ ਅਵਲੋਕਨੀ ਜਸਾ ਤਹ ਸਬਦੀ ਸੁਨਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਸਮੇਂ ਸਾਰੇ ਲੋਕਾਂ ਦੀ ਜਿਹੋ ਜੀ ਦਸ਼ਾ ਵੇਖਣੀ ਕੀਤੀ, ਜੋ ਦਸ਼ਾ ਬਾਬਲ ਦੇ ਹਮਲੇ ਤੋਂ ਬਾਅਦ ਸੈਦਪੁਰ ਦੇ ਲੋਕਾਂ ਦੀ ਹੋ ਚੁੱਕੀ ਸੀ, ਉਹ ਦਸ਼ਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹੁਣ ਕਿਰਪਾ ਦੇ ਘਰ ਅੰਦਰ ਟਿਕ ਕੇ ਪਵਿੱਤਰ ਸ਼ਬਦ ਦੇ ਰਾਹੀਂ ਬਾਬਰ ਨੂੰ ਸੁਣਾ ਰਹੇ ਹਨ। ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਕਰ ਤੀਜਾ। ਇਹ ਪਾਵਨ ਸ਼ਬਦ ਰਾਗ ਆਸਾ ਦੇ ਅੰਦਰ ਮਹੱਲਾ ਪਹਿਲਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਤੇ ਆਸਾ ਰਾਗ ਦੀਆਂ ਅਸ਼ਟਪਦੀਆਂ ਦੇ ਘਰ ਤੀਜੇ ਦੇ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਭਾਵ ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ। ਓੰਕਾਰ ਤੋਂ ਭਾਵ ਉਹ ਇੱਕ ਰਸ ਸਾਰਿਆਂ ਦੇ ਅੰਦਰ ਵਿਆਪਕ ਹੈ। ਐਸਾ ਪਰਮਾਤਮਾ ਜਿਹੜਾ ਇੱਕ ਹੈ, ਇੱਕ ਰਸ ਸਾਰਿਆਂ ਦੇ ਅੰਦਰ ਵਿਆਪਕ ਹੈ, ਫਿਰ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸਤ ਗੁਰ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਦੇ ਨਾਲ ਐਸਾ ਪਰਮਾਤਮਾ ਮਿਲਦਾ ਹੈ। ਜਿਨ ਸਿਰ ਸੋਹਨ ਪਟਿਆ ਮੰਗੀ ਪਾਏ ਸੰਦੂਰ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ ਬਾਬਰ ਆ ਵੇਖ ਖਾਂ ਜਿਹੜੀਆਂ ਤੇਰੀ ਕੈਦ ਦੇ ਅੰਦਰ ਔਰਤਾਂ ਬੈਠੀਆਂ ਨੇ, ਕਦੀ ਸਮਾਂ ਸੀ ਜਿਨ ਸਿਰ ਸੋਹਣ ਪੱਟੀਆਂ, ਇਹਨਾਂ ਦੇ ਸਿਰਾਂ ਦੇ ਉੱਤੇ ਬਹੁਤ ਸੁੰਦਰ ਪੱਟੀਆਂ ਭਾਵ ਮਿੱਡੀਆਂ ਕਰਕੇ ਇਹ ਆਪਣੇ ਕੇਸਾਂ ਨੂੰ ਸਵਾਰਦੀਆਂ ਸਨ ਤੇ ਆਪਣੀ ਮਾਂਗ ਦੇ ਅੰਦਰ ਸੰਧੂਰ ਪਾ ਕੇ ਰੱਖਦੀਆਂ ਸਨ। ਸੇ ਸਿਰ ਕਾਂਤੀ ਸੁਨ ਅਲਗ ਵਿੱਚ ਆਵੇ ਧੂੜ। ਸੇ ਸਿਰ ਕਾਤੀ ਮੁੰਨੀਆਂ ਹੇ ਬਾਬਰ, ਇਹ ਸੁੰਦਰ ਔਰਤਾਂ ਜਿਨ੍ਹਾਂ ਦੇ ਸਿਰ ਉੱਤੇ ਪੱਟੀਆਂ ਬਣਾ ਬਣਾ ਕੇ ਮਿੱਡੀਆਂ ਕਰਕੇ ਇਹ ਕੇਸ ਵਾਹੁੰਦੀਆਂ ਸਨ, ਤੇ ਵੇਖ ਜਿਨ੍ਹਾਂ ਦੀ ਮਾਂਗ ਦੇ ਅੰਦਰ ਸੰਧੂਰ ਸ਼ੋਭਾ ਪਾਉਂਦਾ ਸੀ, ਤੇਰੇ ਜਿਹੜੇ ਜਰਬਾਣੇ ਸੈਨਿਕ ਨੇ, ਉਹਨਾਂ ਜਰਬਾਣੇ ਸੈਨਿਕਾਂ ਨੇ ਕੈਂਚੀਆਂ ਲੈ ਕਰਕੇ ਇਹਨਾਂ ਦੇ ਜਿਹੜੇ ਕੇਸ ਸਨ, ਇਹਨਾਂ ਦੀਆਂ ਸੁੰਦਰ ਕੀਤੀਆਂ ਹੋਈਆਂ ਮਿੱਡੀਆਂ ਕੱਟ ਦਿੱਤੀਆਂ। ਗਲ ਵਿੱਚ ਆਵੇ ਧੂੜ, ਕਹਿੰਦੇ ਇੰਨਾ ਕੁ ਮਿੱਟੀ ਘੱਟਾ ਉੱਡਿਆ, ਉਹ ਘੱਟਾ ਜਿਹੜਾ ਕਦੀ ਇਹ ਆਪਣੇ ਮੁਖ ਤੇ ਪੈਣ ਨਹੀਂ ਸਨ ਦਿੰਦੀਆਂ, ਹੁਣ ਵੇਖ ਇਹਨਾਂ ਦੇ ਗਲ ਦੇ ਅੰਦਰ ਧੂੜ ਮਿੱਟੀ ਘੱਟਾ ਭਰਿਆ ਹੋਇਆ ਹੈ। ਮਹਿਲਾ ਅੰਦਰ ਹੁੰਦੀਆ ਹੁਣ ਹੁਣ ਮਿਲਣ ਹਦੂਰ। ਕਦੀ ਸਮਾਂ ਸੀ ਹਰ ਵੇਲੇ ਇਹਨਾਂ ਆਪਣੇ ਮਹੱਲਾਂ ਦੇ ਅੰਦਰ ਰਹਿਣਾ, ਪਰ ਹੁਣ ਵੇਖ ਕਿਹੋ ਜਿਹਾ ਸਮਾਂ ਆਣ ਬਣਿਆ, ਇਹਨਾਂ ਔਰਤਾਂ ਨੂੰ ਉਹਨਾਂ ਦੇ ਮਹੱਲਾਂ ਦੇ ਨੇੜੇ ਵੀ ਜਾਣ ਦਾ ਹੁਕਮ ਨਹੀਂ ਹੈ। ਆਦੇਸ਼ ਬਾਬਾ ਆਦੇਸ਼, ਆਦੇਸ਼ ਬਾਬਾ ਆਦੇਸ਼। ਹੇ ਅਕਾਲ ਪੁਰਖ ਪਰਮਾਤਮਾ ਜੀ, ਆਦੇਸ਼ ਤੋਂ ਭਾਵ ਨਮਸਕਾਰ, ਤੁਹਾਡੇ ਚਰਨਾਂ ਦੇ ਅੰਦਰ ਮੇਰੀ ਨਮਸਕਾਰ ਹੈ। ਬਾਬਾ ਹੇ ਪਰਮਾਤਮਾ ਜੀ, ਬਾਰ-ਬਾਰ ਤੁਹਾਡੇ ਚਰਨਾਂ ਦੇ ਅੰਦਰ ਨਮਸਕਾਰ ਹੈ। ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਵਿਖੇ ਵੇਸ। ਹੇ ਆਦਿ ਪੁਰਖ, ਪੁਰਖ ਦਾ ਅਰਥ ਹੁੰਦਾ ਹੈ ਜਿਹੜਾ ਸਾਰਿਆਂ ਅੰਦਰ ਇੱਕ ਰਸ ਵਿਆਪਕ ਹੈ। ਆਦਿ ਦਾ ਅਰਥ ਹੈ ਮੁੱਢ ਤੋਂ। ਹੇ ਮੁੱਢ ਤੋਂ ਸਾਰਿਆਂ ਦੇ ਅੰਦਰ ਇੱਕ ਰਸ ਵਰਤਨ ਵਾਲੇ ਪਰਮਾਤਮਾ ਵਾਹਿਗੁਰੂ ਜੀਓ, ਤੇਰਾ ਅੰਤ ਨਾ ਪਾਇਆ, ਤੇਰਾ ਅੱਜ ਤੱਕ ਕਿਸੇ ਨੇ ਅਖੀਰਲਾ ਬੰਨਾ ਨਹੀਂ ਜੇ ਲੱਭਿਆ, ਕਿਸੇ ਨੇ ਤੇਰਾ ਅੰਤ ਪ੍ਰਾਪਤ ਨਹੀਂ ਕੀਤਾ। ਕਰ ਕਰ ਦੇਖੈ ਵੇਸ, ਇਹ ਜੋ ਕੁਝ ਵੀ ਸੰਸਾਰ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਵੇਸ ਤੁਸੀਂ ਧਾਰਨ ਕਰ ਰਹੇ ਹੋ, ਇਹ ਸਾਰੇ ਤੁਸੀਂ ਕਰ ਕਰਕੇ ਆਪ ਹੀ ਵੇਖ ਰਹੇ ਹੋ। ਰਹਾਓ ਇੱਥੇ ਠਹਿਰਾਓ ਹੈ। ਸਤਿ ਸੀਆਂ ਵਿਆਹੀਆਂ ਲਾੜੇ ਸੋਹਣ ਪਾਸ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਾਬਰ ਨੂੰ ਦੱਸਦੇ ਪਏ ਨੇ, ਕਹਿਣ ਲੱਗੇ ਬਾਬਰ, ਇਹ ਜਿਹੜੀਆਂ ਪਠਾਨ ਅਤੇ ਹਿੰਦੂ ਔਰਤਾਂ ਤੇਰੀ ਕੈਦ ਵਿੱਚ ਨੇ, ਜਦੋਂ ਸਮਾਂ ਬਣਿਆ ਸੀ ਇਹਨਾਂ ਦੇ ਵਿਵਾਹ ਕਾਰਜ ਹੋਏ ਸਨ, ਜਦੋਂ ਸੀਆਂ ਵਿਆਹੀਆਂ
ਜਦੋਂ ਇਹਨਾਂ ਦੇ ਵਿਵਾਹ ਹੋਏ ਸਨ, ਲਾੜੇ ਸੋਹਣ ਪਾਸ ਇਹਨਾਂ ਦੇ ਜਿਹੜੇ ਲਾੜੇ ਸਨ, ਇਹਨਾਂ ਦੇ ਜਿਹੜੇ ਪਤੀ ਸਨ, ਉਹ ਇਹਨਾਂ ਦੇ ਕੋਲ ਖਲੋਤੇ ਸੋਭਾ ਪਾ ਰਹੇ ਸਨ। ਹਿੰਡੋਲੀ ਚੜ ਆਈਆ ਚੰਦ ਖੰਡ ਕਿਤਰਾਸ। ਜਦੋਂ ਇਹ ਹਿੰਡੋਲੀ ਭਾਵ ਡੋਲਿਆਂ ਦੇ ਵਿੱਚ ਬੈਠ ਕਰਕੇ ਆਪਣੇ ਸਹੁਰੇ ਘਰ ਆਈਆਂ, ਦੰਦ ਖੰਡ ਕੀਤੇ ਰਾਸ। ਅਨੇਕਾਂ ਤਰ੍ਹਾਂ ਦੇ ਹਾਥੀ ਦੰਦਾਂ ਦੇ ਜਿਹੜੇ ਗਹਿਣੇ ਸਨ, ਉਹ ਸ਼ਿੰਗਾਰ ਇਹਨਾਂ ਨੇ ਆਪਣੇ ਤਨ ਉੱਤੇ ਧਾਰਨ ਕੀਤਾ ਹੋਇਆ ਸੀ। ਉੱਪਰੋਂ ਪਾਣੀ ਵਾਰੀਐ ਚਲੇ ਚਿਮਕਨ ਪਾਸ। ਜਿਸ ਸਮੇਂ ਇਹ ਔਰਤਾਂ ਵਿਵਾਹ ਕਰਕੇ ਆਪਣੇ ਸਹੁਰੇ ਪਰਿਵਾਰ ਦੇ ਅੰਦਰ ਪਹੁੰਚੀਆਂ, ਉਸ ਸਮੇਂ ਇਹਨਾਂ ਦੇ ਸਿਰ ਉੱਤੋਂ ਪਾਣੀ ਵਾਰਿਆ ਗਿਆ, ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਤੇ ਉਸ ਸਮੇਂ ਜਦੋਂ ਸਹੁਰੇ ਪਰਿਵਾਰ ਦੇ ਅੰਦਰ ਆਈਆਂ, ਸੁੰਦਰ ਸ਼ੀਸ਼ਿਆਂ ਵਾਲੇ ਪੱਖਿਆਂ ਦੀ ਝੱਲ ਇਹਨਾਂ ਔਰਤਾਂ ਦੇ ਉੱਪਰ ਜਿਹੜੀਆਂ ਸੇਵਕ ਸਨ ਉਹ ਮਾਰ ਰਹੇ ਸਨ। 1 ਲੱਖ ਲਹਿਨ ਬਹਿਠੀਆ ਲੱਖ ਲਹਿਨ ਖੜੀਆਂ। ਕਹਿੰਦੇ ਜਿਸ ਸਮੇਂ ਇਹ ਆਪਣੇ ਸਹੁਰੇ ਘਰ ਅੰਦਰ ਪਹੁੰਚੀਆਂ, 1 ਲੱਖ ਇਹ ਬੈਠਣ ਦਾ ਲੈਂਦੀਆਂ ਸਨ ਤੇ 1 ਲੱਖ ਹੀ ਖੜੇ ਹੋਣ ਦਾ ਇਹਨਾਂ ਨੂੰ ਪ੍ਰਾਪਤ ਹੁੰਦਾ ਸੀ। ਗਰੀ ਛੁਹਾਰੇ ਖਾਂਦੀਆ ਮਾਨਨ ਸੇ ਜੜੀਆ। ਤੇ ਆਪਣੇ ਪਤੀਆਂ ਦੇ ਕੋਲ ਰਹਿ ਕਰਕੇ ਗਰੀਆਂ ਛੁਹਾਰੇ ਇਹਨਾਂ ਦੀ ਖੁਰਾਕ ਸੀ, ਇਹ ਖਾਂਦੀਆਂ ਸਨ ਤੇ ਆਪਣੇ ਪਤੀ ਦੀ ਸੇਜ ਦੇ ਉੱਪਰ ਆਨੰਦਮਈ ਜੀਵਨ ਬਤੀਤ ਕਰ ਰਹੀਆਂ ਸਨ। 3 ਗਲ ਸਿਲਕਾ ਪਾਈਆ ਟੂਟਨ ਮੋਤੀ ਇਸ ਰਾਸ। ਹੁਣ ਸਿਲਕਾਂ ਦਾ ਅਰਥ ਹੈ ਗੁਰਮੁਖੋ ਰੱਸੀਆਂ ਫਾਈਆਂ। ਵੇਖਾਂ ਬਾਬਰ, ਤੇਰੇ ਜਿਹੜੇ ਸੈਨਿਕ ਸਨ, ਉਹਨਾਂ ਨੇ ਇਹਨਾਂ ਔਰਤਾਂ ਦੇ ਗਲ ਦੇ ਵਿੱਚ ਰੱਸੀਆਂ ਪਾ ਲਈਆਂ ਤੇ ਜਿਹੜੀਆਂ ਗਲਾਂ ਦੇ ਅੰਦਰ ਮੋਤੀਆਂ ਦੀਆਂ ਮਾਲਾਵਾਂ ਇਹਨਾਂ ਨੇ ਧਾਰਨ ਕੀਤੀਆਂ ਸਨ, ਉਹ ਸਾਰੀਆਂ ਮਾਲਾਵਾਂ ਟੁੱਟ ਗਈਆਂ ਹਨ। ਤਨ ਜੋ ਬਨ ਦੋਏ ਬੈਰੀ ਹੋਏ ਜਿਨੀ ਰੱਖੇ ਰੰਗ ਲਾਏ। ਉਹ ਧਨ ਅਤੇ ਜੌਬਨ ਜਿਨ੍ਹਾਂ ਦੇ ਉੱਪਰ ਇਹਨਾਂ ਨੂੰ ਬੜਾ ਮਾਣ ਸੀ। ਵੇਖ ਬਾਬਰ, ਇਹ ਆਪਣੇ ਸੁਹੱਪਣ ਦਾ ਬੜਾ ਮਾਣ ਕਰਦੀਆਂ ਸਨ। ਇਹਨਾਂ ਨੂੰ ਆਪਣੀ ਧਨ ਦਾ, ਆਪਣੇ ਜੌਬਨ ਦਾ, ਆਪਣੀ ਜਵਾਨੀ ਦਾ ਬੜਾ ਮਾਣ ਸੀ। ਉਹੀ ਧਨ ਅਤੇ ਇਹਨਾਂ ਦਾ ਜੌਬਨ ਇਹਨਾਂ ਦਾ ਬੈਰੀ ਬਣ ਗਿਆ, ਜਿਸ ਜੌਬਨ ਨੂੰ ਅਨੇਕਾਂ ਤਰ੍ਹਾਂ ਦਾ ਸ਼ਿੰਗਾਰ ਕਰਕੇ ਇਹ ਰੱਖਣਾ ਕਰਦੀਆਂ ਸਨ। ਦੂਤਾਂ ਨੂੰ ਫੁਰਮਾਇਆ ਲੈ ਚੱਲੇ ਪਤ ਗਵਾਏ। ਇਹ ਬਾਬਰ, ਤੂੰ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਵੀ ਇਹਨਾਂ ਦੀ ਪੱਤ ਲੁੱਟ ਕੇ ਇਹਨਾਂ ਨੂੰ ਬੰਦੀ ਬਣਾ ਕੇ ਆਪਣੇ ਨਾਲ ਲੈ ਕੇ ਜਾਣਾ ਕਰੋ। ਜੇ ਤਿਸ ਪਾਵੈ ਦੇ ਵਡਿਆਈ ਜੇ ਪਾਵੈ ਦੇ ਸਜਾਏ। ਇਹ ਬਾਬਰ, ਮਾਲਕ ਪਰਮੇਸ਼ਰ ਵਾਹਿਗੁਰੂ ਜੀ ਦੇ ਰੰਗ ਵੀ ਬੇਅੰਤ ਹਨ। ਜੇ ਤਿਸ ਭਾਵੈ ਦੇ ਵਡਿਆਈ, ਜਿਹੜਾ ਮਾਲਕ ਨੂੰ ਭਾ ਜਾਂਦਾ ਹੈ, ਜਿਹੜਾ ਪਰਮੇਸ਼ਰ ਦੇ ਘਰ ਅੰਦਰ ਪ੍ਰਵਾਨ ਹੋ ਜਾਂਦਾ ਹੈ, ਜਿਹੜਾ ਮਾਲਕ ਨੂੰ ਰੀਝ ਜਾਵੇ, ਮਾਲਕ ਫਿਰ ਉਹਨੂੰ ਬੇਅੰਤ ਵਡਿਆਈਆਂ, ਬੇਅੰਤ ਮਾਣ ਦੀ ਦਾਤ ਬਖਸ਼ਿਸ਼ ਕਰ ਦਿੰਦਾ ਹੈ। ਜੇ ਭਾਵੈ ਦੇ ਸਜਾਏ ਤੇ ਮਾਲਕ ਦੀ ਰਜ਼ਾ ਦੇ ਅੰਦਰ ਹੀ ਫਿਰ ਉਹਨੂੰ ਅਨੇਕਾਂ ਤਰ੍ਹਾਂ ਦੀਆਂ ਸ਼ਾਸਨਾਵਾਂ, ਅਨੇਕਾਂ ਤਰ੍ਹਾਂ ਦੀਆਂ ਸਜ਼ਾਵਾਂ ਮਿਲਦੀਆਂ ਹਨ। ਅੱਗੋ ਦੇ ਜੇ ਚੇਤੀਐ ਤਾਂ ਕਾਇਤ ਮਿਲੈ ਸਜਾਏ। ਹੁਣ ਸਤਿਗੁਰੂ ਜੀ ਨੇ ਬਚਨ ਕੀਤੇ, ਕਹਿਣ ਲੱਗੇ ਅੱਗੋਂ ਦੇ ਜੇ ਚੇਤੀਐ। ਕਹਿੰਦੇ ਜੇ ਪਹਿਲੋਂ ਪਰਮਾਤਮਾ ਦੇ ਨਾਮ ਨੂੰ ਇਹਨਾਂ ਨੇ ਚੇਤੇ ਕੀਤਾ ਹੁੰਦਾ, ਜੇ ਇਹਨਾਂ ਨੇ ਉਸ ਸਮੇਂ ਮਾਲਕ ਦੇ ਨਾਮ ਨੂੰ ਸਿਮਰਿਆ ਹੁੰਦਾ, ਜਦੋਂ ਮਹੱਲਾਂ ਦੇ ਅੰਦਰ ਸੁਖ ਆਰਾਮ ਦੇ ਵਿੱਚ ਜੀਵਨ ਬਤੀਤ ਕਰਦੀਆਂ ਸਨ, ਉਦੋਂ ਤਾਂ ਮਾਲਕ ਦਾ ਨਾਮ ਇਹਨਾਂ ਨੂੰ ਚੇਤੇ ਨਹੀਂ ਆਇਆ, ਉਦੋਂ ਤਾਂ ਪਰਮੇਸ਼ਰ ਦੇ ਨਾਮ ਨੂੰ ਇਹਨਾਂ ਨੇ ਸਿਮਰਨਾ ਨਹੀਂ ਕੀਤਾ। ਜੇ ਉਸ ਸਮੇਂ ਸੁਖ ਆਰਾਮ ਦੇ ਅੰਦਰ ਰਹਿੰਦਿਆਂ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਹੁੰਦਾ, ਤਾਂ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਇਹ ਸਜ਼ਾਵਾਂ ਨਾ ਮਿਲਦੀਆਂ। ਸਾਹਾਂ ਸੁਰਤ ਗਵਾਈਆ ਰੰਗ ਤਮਾਸੇ ਚਾਏ। ਸੱਚੇ ਪਾਤਸ਼ਾਹ ਕਹਿਣ ਲੱਗੇ ਉਸ ਸਮੇਂ ਤਾਂ ਇਹ ਆਪਣੇ ਪਤੀਆਂ ਦੇ ਨਾਲ, ਆਪਣੇ ਧਨ ਜੌਬਨ ਦੇ ਨਾਲ ਮਾਲਕ ਦੇ ਪਵਿੱਤਰ ਨਾਮ ਨੂੰ ਭੁੱਲ ਕੇ ਕੇਵਲ ਤਾਂ ਕੇਵਲ ਸੰਸਾਰ ਦੇ ਰੰਗ ਤਮਾਸ਼ਿਆਂ ਦੇ ਅੰਦਰ ਖਚਤ ਸਨ। ਬਾਵਰ ਬਾਣੀ ਫਿਰ ਗਰਾਈ
ਕੋਏ ਨਾ ਰੋਟੀ ਖਾਏ। ਹੇ ਬਾਬਰ ਵੇਖ, ਜਦੋਂ ਤੇਰੇ ਨਾਮ ਦੀ ਦੁਹਾਈ ਫਿਰ ਗਈ, ਤੂੰ ਇਹਨਾਂ ਸਾਰੇ ਇਲਾਕਿਆਂ ਨੂੰ ਜਿੱਤ ਲਿਆ। ਜਦੋਂ ਲੋਕਾਂ ਦੇ ਵਿੱਚ ਦੋਹੀ ਫਿਰ ਗਈ ਵੀ ਹੁਣ ਬਾਬਰ ਦਾ ਰਾਜ ਕਾਇਮ ਹੋ ਗਿਆ ਹੈ, ਕੋਈ ਨਾ ਰੋਟੀ ਖਾਏ। ਜਿਹੜੇ ਇਹਨਾਂ ਦੇ ਸ਼ਹਿਜ਼ਾਦੇ ਨੇ ਨਾ, ਉਹ ਹੁਣ ਰੋਟੀ ਵੀ ਨਹੀਂ ਖਾਂਦੇ ਪਏ। ਰੋਟੀ ਦੀ ਗਰਾਈ, ਪ੍ਰਸ਼ਾਦੇ ਦੀ ਗਰਾਈ ਵੀ ਉਹਨਾਂ ਦੇ ਹਲਕ ਤੋਂ ਥੱਲੇ ਨਹੀਂ ਉਤਰ ਰਹੀ। ਇਕ ਨਾ ਵਕਤ ਖੁਰਿਆਈ ਹੈ, ਇਕ ਨਾ ਪੂਜਾ ਜਾਏ। ਕਹਿੰਦੇ ਵੇਖੋ, ਇੱਕ ਨਾ ਦਾ ਸਮਾਂ ਸੀ, ਇੱਕ ਨਾ ਵਕਤ ਖਵਾਈ ਹੈ, ਇੱਕ ਨਾ ਪੂਜਾ ਜਾਏ। ਕਹਿੰਦੇ ਇੱਕ ਉਹ ਵੀ ਸਮਾਂ ਸੀ ਜਿਸ ਸਮੇਂ ਦੇ ਅੰਦਰ ਜਿਹੜੀਆਂ ਪਠਾਨ ਔਰਤਾਂ ਸਨ, ਉਹ ਉਸ ਸਮੇਂ ਆਪਣੇ ਖੁਦਾ ਨੂੰ ਯਾਦ ਕਰਦੀਆਂ ਸਨ, ਤੇ ਜਿਹੜੀਆਂ ਹਿੰਦੂ ਔਰਤਾਂ ਸਨ ਉਹ ਪੂਜਾ ਅਰਚਨਾ ਕਰਦੀਆਂ ਸਨ। ਚੌਕੇ ਬਿਨ ਹਿੰਦਵਾਣੀਆਂ ਕਿਉ ਟੀਕੇ ਕਢੈ ਨਾਏ। ਕਹਿੰਦੇ ਵੇਖੋ, ਜਿਹੜੀਆਂ ਹਿੰਦੂ ਔਰਤਾਂ ਹਨ, ਕਦੀ ਸਮਾਂ ਬਣਦਾ ਸੀ, ਉਸ ਸਮੇਂ ਉਹਨਾਂ ਨੇ ਸਭ ਤੋਂ ਪਹਿਲਾਂ ਇਸ਼ਨਾਨ ਆਦਿਕ ਕਰਕੇ ਆਪਣੇ ਆਪ ਨੂੰ ਸ਼ਿੰਗਾਰਨਾ, ਫਿਰ ਚੌਂਕੇ ਦੇ ਉੱਪਰ ਕਾਰਾਂ ਕੱਢ ਕੇ ਚੌਕੇ ਨੂੰ ਪਵਿੱਤਰ ਕਰਕੇ ਉਸ ਚੌਂਕੇ ਦੇ ਉੱਪਰ ਭੋਜਨ ਨੂੰ ਤਿਆਰ ਕਰਨਾ। ਕਹਿੰਦੇ ਹੁਣ ਵੇਖੋ, ਇਹਨਾਂ ਨੂੰ ਸੁੱਚਾ ਚੌਂਕਾ ਵੀ ਭੋਜਨ ਤਿਆਰ ਕਰਨ ਦੇ ਲਈ ਪ੍ਰਾਪਤ ਨਹੀਂ ਹੋ ਰਿਹਾ। ਹੁਣ ਕਿਸ ਤਰੀਕੇ ਦੇ ਨਾਲ ਇਹ ਉਸ ਚੌਂਕੇ ਦੇ ਉੱਪਰ ਕਾਰਾਂ ਕੱਢ ਸਕਦੀਆਂ ਹਨ? ਰਾਮ ਨ ਕਬਹੂ ਚੇਤਿਓ, ਹੁਣ ਕਹਿਣ ਨਾ ਮਿਲੇ ਖੁਦਾਏ। ਕਹਿੰਦੇ ਉਸ ਸਮੇਂ ਜਦੋਂ ਘਰਾਂ ਵਿੱਚ ਸੁੱਖ ਆਰਾਮ ਨਾਲ ਰਹਿੰਦੀਆਂ ਸਨ, ਉਦੋਂ ਤਾਂ ਕਦੀ ਹਿੰਦੂ ਔਰਤਾਂ ਨੇ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕੀਤਾ, ਤੇ ਜਿਹੜੀਆਂ ਪਠਾਨ ਔਰਤਾਂ ਹਨ ਉਹਨਾਂ ਨੇ ਕਦੀ ਖੁਦਾ ਦੇ ਨਾਮ ਨੂੰ ਚਿਤਵਿਆ ਨਹੀਂ। ਤੇ ਹੁਣ ਵੇਖੋ ਕਿਹੋ ਜਿਹਾ ਸਮਾਂ ਆਣ ਬਣਿਆ। ਹੁਣ ਐਸਾ ਸਬਬ ਬਣ ਗਿਆ, ਹੁਣ ਪਰਮਾਤਮਾ ਦਾ ਨਾਮ ਕਹਿਣ ਦਾ ਹੁਕਮ ਵੀ ਨਹੀਂ ਹੋ ਰਿਹਾ। ਇਕ ਘਰ ਆਵੈ ਆਪਣੇ, ਇਕ ਮਿਲ ਮਿਲ ਪੁੱਛੈ ਸੁਖ। ਸਤਿਗੁਰੂ ਕਹਿਣ ਲੱਗੇ ਵੀ ਜਿਹੜੇ ਲੋਕ ਬਚ ਗਏ ਤੇਰੇ ਹਮਲੇ ਦੀ ਮਾਰ ਤੋਂ, ਜਿਹੜੇ ਲੋਕਾਂ ਨੇ ਜਾਨਾਂ ਬਚਾ ਲਈਆਂ, ਹੁਣ ਉਹ ਲੋਕ ਜਦੋਂ ਆਪਣੇ ਘਰਾਂ ਨੂੰ ਵਾਪਸ ਪਰਤਦੇ ਪਏ ਨੇ, ਤੇ ਵਾਪਸ ਆ ਕਰਕੇ ਇੱਕ ਦੂਜਿਆਂ ਨੂੰ ਮਿਲ ਕਰਕੇ ਉਹਨਾਂ ਦਾ ਦੁੱਖ ਸੁੱਖ ਪੁੱਛ ਰਹੇ ਹਨ। ਇਕ ਨਾ ਹੋਏ ਲਿਖਿਆ ਬਹਿ ਬਹਿ ਰੋਵੈ ਦੁੱਖ। ਕਹਿੰਦੇ ਇੱਕ ਨਾ ਦੇ ਜੀਵਨ ਦੇ ਅੰਦਰ ਕੇਵਲ ਤੇ ਕੇਵਲ ਇਹੋ ਜੀ ਜਿਹੜੀ ਤਰਾਸਦੀ ਸੀ ਉਹ ਲਿਖੀ ਹੋਈ ਸੀ, ਜਿਹੜੇ ਇਹੋ ਜਿਹੇ ਸੰਕਟਮਈ ਸਮਾਂ ਸੀ ਉਹ ਲਿਖਿਆ ਹੋਇਆ ਸੀ। ਬਹਿ ਬਹਿ ਰੋਵੈ ਦੁੱਖ। ਕਹਿੰਦੇ ਹੁਣ ਉਹ ਇਸ ਦੁੱਖ ਦੇ ਸਮੇਂ ਨੂੰ ਬੈਠ ਬੈਠ ਕੇ ਰੋਂਦਿਆਂ ਯਾਦ ਕਰ ਰਹੇ ਹਨ। ਜੋ ਤਿਸ ਭਾਵੈ ਸੋ ਥੀਐ, ਨਾਨਕ ਕਿਆ ਮਨੁੱਖ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਹੁੰਦਾ ਉਹੀ ਕੁਝ ਹੈ ਜੋ ਤਿਸ ਭਾਵੈ ਸੋ ਥੀਆ, ਸੋ ਥੀਐ। ਜਿਹੜਾ ਕੁਝ ਪਰਮਾਤਮਾ ਨੂੰ ਭਾ ਜਾਵੇ, ਜਿਹੜਾ ਉਹਨੂੰ ਚੰਗਾ ਲੱਗੇ ਨਾ, ਉਹੀ ਕੁਝ ਸੰਸਾਰ ਦੇ ਅੰਦਰ ਹੁੰਦਾ। ਨਾਨਕ ਕਿਆ ਮਨੁੱਖ। ਕਹਿੰਦੇ ਮਨੁੱਖ ਇਨਸਾਨ ਇਸ ਧਰਤ ਦੇ ਉੱਪਰ ਕੀ ਕਰ ਸਕਦਾ? ਭਾਵ ਮਨੁੱਖ ਦੀ ਆਪਣੀ ਕੋਈ ਪਾਇਆ ਨਹੀਂ। ਮਨੁੱਖ ਆਪਣੀ ਮਰਜ਼ੀ ਦੇ ਨਾਲ ਮਾਲਕ ਦੇ ਨਾਮ ਨੂੰ ਨਹੀਂ ਸਿਮਰ ਸਕਦਾ। ਮਨੁੱਖ ਆਪਣੀ ਮਰਜ਼ੀ ਦੇ ਨਾਲ ਗੁਰੂ ਕੇ ਚਰਨਾਂ ਵਿੱਚ ਨਹੀਂ ਜੁੜ ਸਕਦਾ। ਮਨੁੱਖ ਆਪਣੀ ਮਰਜ਼ੀ ਦੇ ਨਾਲ ਚੰਗੇਰੇ ਕਰਮ ਨਹੀਂ ਜੇ ਕਰ ਸਕਦਾ। ਇਹ ਤਾਂ ਗੁਰਮੁਖੋ ਤਾਂ ਹੁੰਦਾ ਹੈ ਜੇ ਮਾਲਕ ਤਰੁੱਠ ਕੇ ਝੋਲੀ ਵਿੱਚ ਦਾਤ ਪਾ ਦਿੰਦਾ ਹੈ। ਆਪਾਂ ਨੂੰ ਸ਼ੁਕਰ ਕਰਨਾ ਚਾਹੀਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਜੀ ਦਾ, ਵੀ ਸੱਚੇ ਪਾਤਸ਼ਾਹ ਤੁਸੀਂ ਤਰੁੱਠ ਕੇ ਵੇਖੋ ਸਾਡੇ ਤੇ ਰਹਿਮਤਾਂ ਕਰਦੇ ਹੋ। ਸਭ ਤੋਂ ਵੱਡੀ ਤੁਹਾਡੀ ਬਖਸ਼ਿਸ਼, ਤੁਸੀਂ ਆਪਣੇ ਚਰਨ ਕਮਲਾਂ ਦੇ ਅੰਦਰ ਜੁੜਨ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ। ਦੂਸਰੀ ਸਭ ਤੋਂ ਵੱਡੀ ਦਾਤ, ਸੱਚੇ ਪਾਤਸ਼ਾਹ ਤੁਸੀਂ ਸਾਨੂੰ ਇੰਨੀ ਕੁ ਸਮਰੱਥਾ, ਇੰਨਾ ਕੁ ਸਮਾਂ ਬਖਸ਼ਿਆ ਵੀ ਅਸੀਂ ਤੇਰੇ ਚਰਨਾਂ ਦੇ ਅੰਦਰ ਜੁੜ ਕਰਕੇ ਨਾ, ਸਤ ਸੰਗਤ ਦੇ ਵਿੱਚ ਜੁੜ ਕੇ ਤੇਰੇ ਪਵਿੱਤਰ ਨਾਮ ਨੂੰ ਕੰਨਾਂ ਨਾਲ ਸਰਵਣ ਕਰਦੇ ਆਂ, ਰਸਨਾ ਦੇ ਨਾਲ ਜਪਣਾ ਕਰਦੇ ਆਂ। ਦਤਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਕਹਿੰਦੇ ਇਸ ਧਰਤ ਦੇ ਉੱਪਰ ਉਹੀ ਕੁਝ ਹੁੰਦਾ ਹੈ ਜਿਹੜਾ ਉਹ ਪਰਮਾਤਮਾ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ। ਇਨਸਾਨ ਦੇ ਆਪਣੇ ਹੱਥ ਵੱਸ ਕੁਝ ਵੀ ਨਹੀਂ ਹੈ। ਜੋ ਪਈ
ਸੁਨ ਕਰ ਬਾਵਰ ਖਰਾ ਗਾਰੀ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਸਾ ਰਾਗ ਦੇ ਅੰਦਰ ਜਦੋਂ ਇਹ ਸਾਰਾ ਸ਼ਬਦ ਰਸਨਾ ਤੋਂ ਉਚਾਰਨ ਕੀਤਾ, ਬਾਬਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਨਮੁਖ ਖੜਾ ਇਹ ਪਵਿੱਤਰ ਸ਼ਬਦ ਸਰਵਣ ਕਰ ਰਿਹਾ ਹੈ। ਹੱਥ ਬੰਦ ਕੈ ਗਿਰਾ ਉਚਾਰੀ। ਦੋਨੋਂ ਹੱਥ ਜੋੜ ਕਰਕੇ ਬਾਬਰ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਵਿੱਚ ਬੇਨਤੀ ਕੀਤੀ। ਅਰਥ ਸਮੇਤ ਸੁਣਾਵੋ ਮੋਹੀ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਤਰੁੱਠ ਕੇ ਮੇਰੇ ਤੇ ਇੱਕ ਕਿਰਪਾਲਤਾ ਕਰੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕੀ? ਬਾਬਰ ਕਹਿਣ ਲੱਗਾ, ਦਤਾਰ ਜਿਹੜੇ ਤੁਸੀਂ ਪਵਿੱਤਰ ਬਚਨ ਉਚਾਰਨ ਕੀਤੇ ਨੇ, ਜਿਹੜਾ ਤੁਸੀਂ ਸ਼ਬਦ ਰਸਨਾ ਤੋਂ ਜਪਿਆ, ਦਤਾਰ ਤੁਹਾਡਾ ਬਚਨ ਜਦੋਂ ਸੁਣਿਆ ਹਿਰਦਾ ਟਿਕਾ ਵਿੱਚ ਆ ਗਿਆ, ਪਰ ਸਮਝ ਕੋਈ ਨਹੀਂ ਜੇ ਲੱਗੀ। ਹੁਣ ਕਿਰਪਾਲਤਾ ਕਰੋ, ਇਹ ਸਾਰਾ ਸ਼ਬਦ ਮੈਨੂੰ ਅਰਥਾਂ ਸਮੇਤ ਸੁਣਾਉਣਾ ਕਰੋ। ਰਾਵਰ ਕਹਿਨ ਕਾਹੇ ਪਰ ਹੋਹੀ। ਸਤਿਗੁਰੂ ਜੀ ਤੁਸੀਂ ਮੈਨੂੰ ਕੀ ਸਮਝਾਉਣਾ ਚਾਹੁੰਦੇ ਹੋ? ਅਰਥਾਂ ਸਹਿਤ ਜਦੋਂ ਤੁਸੀਂ ਸ਼ਬਦ ਦੱਸਣਾ ਕਰੋਗੇ ਫਿਰ ਮੈਨੂੰ ਤੁਹਾਡੀ ਬਾਤ ਸਮਝ ਆ ਜਾਵੇਗੀ। ਸੁਨ ਬਾਵਰ ਇਹੋ ਤੇ ਪਠਾਨਾ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਬਾਬਰ ਨੇ ਬੇਨਤੀ ਕੀਤੀ, ਦਤਾਰ ਕਿਰਪਾ ਦੇ ਘਰ ਅੰਦਰ ਟਿਕੇ ਉਹਨਾਂ ਬਚਨ ਆਖਣੇ ਕੀਤੇ। ਕਹਿਣ ਲੱਗੇ, ਬਾਬਰ ਸੁਣ ਫਿਰ ਇਸ ਸ਼ਬਦ ਦੇ ਅਰਥ, ਜਿਹੜੇ ਤੇਰੇ ਪਠਾਨ ਤੇਰੇ ਸੈਨਿਕ ਹਨ, ਲੁੱਟੇ ਹੋ ਸਗਰੋ ਨਗਰ ਮਹਾਨਾ। ਜਿਹੜੇ ਤੇਰੇ ਸੈਨਿਕਾਂ ਨੇ ਇਸ ਨਗਰੀ ਦੇ ਅੰਦਰ ਪਹੁੰਚ ਕੇ ਪਠਾਨਾਂ ਨੂੰ ਕਤਲ ਕੀਤਾ ਤੇ ਇਸ ਮਹਾਨ ਹੱਸਦੇ ਵਸਦੇ ਨਗਰ ਨੂੰ ਲੁੱਟ ਕੇ ਉਜਾੜ ਦਿੱਤਾ। ਸਭ ਹਿਨ ਕੀ ਨਾਰੀ ਕਹਿ ਦਿਨੀ। ਉਹਨਾਂ ਪਠਾਨਾਂ ਨੂੰ ਤੇਰੇ ਸੈਨਿਕਾਂ ਨੇ ਕਤਲ ਕੀਤਾ, ਨਗਰ ਨੂੰ ਲੁੱਟ ਲਿਆ, ਪਰ ਜਿਹੜੀਆਂ ਉਹਨਾਂ ਲੋਕਾਂ ਦੀਆਂ ਔਰਤਾਂ ਸਨ, ਉਹਨਾਂ ਦੀਆਂ ਇਸਤਰੀਆਂ, ਉਹ ਤੇਰੇ ਸੈਨਿਕਾਂ ਨੇ ਪਕੜ ਲਈਆਂ। ਦਲ ਮਹਿ ਆਨ ਕੈਦ ਕਰ ਦੀਨੀ। ਤੇ ਉਹਨਾਂ ਔਰਤਾਂ ਨੂੰ ਲਿਆ ਕਰਕੇ ਤੇਰੇ ਡੇਰੇ ਦੇ ਉੱਪਰ ਤੇਰੇ ਸੈਨਿਕਾਂ ਨੇ ਕੈਦ ਵਿੱਚ ਪਾ ਦਿੱਤਾ। ਕਸ਼ਟ ਸਮਾਬ ਤਿਨ ਪਰ ਆਇਓ। ਹੇ ਬਾਬਰ, ਉਹਨਾਂ ਔਰਤਾਂ ਦੇ ਉੱਪਰ ਬੜਾ ਭਿਆਨਕ ਕਸ਼ਟ ਦਾ ਸਮਾਂ ਹੁਣ ਆ ਗਿਆ ਹੈ। ਦੇਖ ਦਸਾਸ ਸ਼ਬਦ ਅਲਾਇਓ। ਸਤਿਗੁਰੂ ਕਹਿਣ ਲੱਗੇ, ਮੈਂ ਉਹਨਾਂ ਦੀ ਜਦੋਂ ਦਸ਼ਾ ਨੂੰ ਵੇਖਣਾ ਕੀਤਾ, ਉਹਨਾਂ ਦੀ ਦਸ਼ਾ ਨੂੰ ਵੇਖ ਕਰਕੇ ਇਹ ਪਵਿੱਤਰ ਸ਼ਬਦ ਉਹ ਤੈਨੂੰ ਉਚਾਰਨ ਕਰਕੇ ਸੁਣਾਉਣਾ ਕੀਤਾ ਹੈ। ਤਿਨ ਕੈ ਸਿਰ ਪਰ ਪਾਟੀ ਸੋ ਹੈ। ਵੀ ਉਹ ਔਰਤਾਂ ਜਿਹੜੀਆਂ ਤੇਰੀ ਕੈਦ ਦੇ ਅੰਦਰ ਹੁਣ ਦੁੱਖ ਪਾ ਰਹੀਆਂ ਨੇ, ਜਿਨ੍ਹਾਂ ਦੇ ਭਰਤਾ ਤੇਰੇ ਸੈਨਿਕਾਂ ਨੇ ਕਤਲ ਕਰ ਦਿੱਤੇ ਹਨ, ਉਹ ਔਰਤਾਂ ਜਿਨ੍ਹਾਂ ਦੇ ਸਿਰ ਦੇ ਉੱਪਰ ਕਿਸੇ ਸਮੇਂ ਸੁੰਦਰ ਕੇਸਾਂ ਦੀਆਂ ਪੱਟੀਆਂ ਸੋਭਨੀਕ ਸਨ, ਮੰਗ ਸੰਧੂਰੀ ਪਾਏ ਮਨ ਸਮੋਹ ਹੈ। ਉਹ ਮਿੱਡੀਆਂ ਕਰਕੇ ਆਪਣੇ ਕੇਸਾਂ ਨੂੰ ਸਵਾਰ ਕੇ ਰੱਖਦੀਆਂ ਸਨ, ਆਪਣੇ ਕੇਸਾਂ ਦੇ ਵਿਚਕਾਰ ਚੀਰ ਪਾ ਕੇ ਉਹਦੇ ਵਿੱਚ ਸੰਧੂਰ ਪਾਉਂਦੀਆਂ ਸਨ। ਸੋਹਤ ਸਿਰਹਿਤ ਪੂਖਨ ਨਿਉਰੂ। ਇਸ ਤੋਂ ਇਲਾਵਾ ਉਹਨਾਂ ਦੇ ਸਿਰ ਦੇ ਉੱਪਰ ਸੁੰਦਰ ਗਹਿਣੇ ਜਿਹੜੇ ਕਿ ਸੋਭਾ ਪਾਉਂਦੇ ਸਨ। ਸੰਗ ਕਰਤਨੀ ਕਰਹਿ ਤੂਰਨ। ਉਹ ਜਿਹੜਾ ਸੁੰਦਰ ਔਰਤਾਂ ਦੇ ਕੇਸ ਸਨ, ਜਿਨ੍ਹਾਂ ਦੇ ਅੰਦਰ ਪਿਆ ਹੋਇਆ ਸੰਧੂਰ ਸਾਰਿਆਂ ਦੇ ਮਨ ਨੂੰ ਮੋਹਿਤ ਕਰਦਾ ਸੀ, ਜਿਹੜੀਆਂ ਆਪਣੇ ਕੇਸਾਂ ਦੇ ਵਿੱਚ ਆਪਣੇ ਸਿਰ ਦੇ ਅੰਦਰ ਬਹੁਤਾਤ ਸੁੰਦਰ ਤਰੀਕੇ ਦੇ ਨਾਲ ਗਹਿਣਿਆਂ ਦੇ ਨਾਲ ਸ਼ਿੰਗਾਰ ਕੇ ਰੱਖਦੀਆਂ ਸਨ, ਤੇਰੇ ਸੈਨਿਕਾਂ ਨੇ ਕੈਂਚੀਆਂ ਲੈ ਕੇ ਉਹਨਾਂ ਦੇ ਕੇਸ ਕੱਟ ਦਿੱਤੇ ਹਨ। ਪਾਏ ਬਦਨ ਮਹਿ ਪਸਮ ਬਹੋਰੀ। ਤੇ ਉਹਨਾਂ ਦੇ ਬਦਨ ਦੇ ਉੱਤੇ, ਉਹਨਾਂ ਦੇ ਸਰੀਰ ਦੇ ਉੱਪਰ ਸਵਾਹ ਪਾ ਦਿੱਤੀ। ਕਹਿ ਬਤਬ ਹੋ ਮਾਇਆ ਓਰੀ। ਇਹ ਗੱਲ ਮੈਂ ਤੈਨੂੰ ਬਾਬਰ ਦੱਸਦਾ ਪਿਆ ਵੀ ਵੇਖ ਮਾਲਕ ਦੀ ਮਾਇਆ, ਪਰਮੇਸ਼ਰ ਵਾਹਿਗੁਰੂ ਜੀ ਦਾ ਹੁਕਮ ਉਹ ਕਿਸ ਰੂਪ ਦੇ ਅੰਦਰ ਵਰਤ ਰਿਹਾ ਹੈ। ਇਹ ਮਨੁੱਖ
ਨਾਨਾ ਬੰਜਨ ਪਾਇ ਖਾਇਓ। ਉਹ ਔਰਤਾਂ ਜਿਹੜੀਆਂ ਘਰਾਂ ਦੇ ਅੰਦਰ ਬੈਠੀਆਂ ਅਨੇਕਾਂ ਤਰ੍ਹਾਂ ਦੇ ਸਵਾਦਲੇ ਭੋਜਨ ਖਾਂਦੀਆਂ ਸਨ। ਸ੍ਰੀ ਕਰਤਾਰ ਨਾਮ ਨਾ ਲਾਇਓ। ਅਨੇਕਾਂ ਤਰ੍ਹਾਂ ਦੇ ਸੁੱਖ ਦੇ ਵਿੱਚ ਜੀਵਨ ਬਤੀਤ ਕਰਨਾ, ਅਨੇਕਾਂ ਤਰ੍ਹਾਂ ਦੇ ਭੋਜਨ ਉਹਨਾਂ ਨੇ ਖਾਣੇ, ਪਰ ਕਦੀ ਆਪਣੀ ਰਸਨਾ ਤੋਂ ਪਰਮਾਤਮਾ ਦਾ ਨਾਮ ਜਪਣਾ ਨਹੀਂ ਕਰਦੀਆਂ ਸਨ। ਤੇ ਮੁਖ ਵਿਸ਼ਟਾ ਵੰਦ ਹੈ ਸੋ। ਤੇਰੇ ਜਿਹੜੇ ਸੈਨਿਕ ਨੇ ਨਾ, ਹੁਣ ਉਹਨਾਂ ਦੇ ਮੁਖ ਦੇ ਉੱਪਰ ਮੈਲਾ ਬਨ ਰਹੇ ਹਨ। ਕਹਿ ਧੋ ਤਨ ਕਾਢਿਓ ਜੋ। ਤੇ ਉਹਨਾਂ ਦੇ ਉੱਪਰ ਕਰੜਾਈ ਕਰਕੇ ਸਖਤੀ ਨਾਲ ਉਹਨਾਂ ਨੂੰ ਪੁੱਛਿਆ ਜਾ ਰਿਹਾ ਹੈ ਵੀ ਸਾਨੂੰ ਦੱਸਣਾ ਕਰੋ ਕਿੱਥੇ ਕਿੱਥੇ ਤੁਸੀਂ ਧਨ ਧਰਤੀ ਦੇ ਅੰਦਰ ਗੱਡ ਕੇ ਰੱਖਣਾ ਕੀਤਾ ਹੈ। ਮੰਦਰ ਸੁੰਦਰ ਮਹਿ ਦਿਨ ਰਹਿਣਾ। ਉਹ ਔਰਤਾਂ ਜਿਹੜੀਆਂ ਸੁੰਦਰ ਮੰਦਰਾਂ ਦੇ ਅੰਦਰ, ਸੁੰਦਰ ਮਹੱਲਾਂ ਦੇ ਅੰਦਰ ਦਿਨ ਰਾਤ ਬਤੀਤ ਕਰਦੀਆਂ ਸਨ। ਰਹਿਤ ਸਦਾ ਸੰਤ ਪਿਕਹਿ ਨਾ ਨੈਣਾ। ਹਰ ਵੇਲੇ ਉਹਨਾਂ ਪਰਦੇ ਦੇ ਅੰਦਰ ਰਹਿਣਾ, ਕਿਸੇ ਵੀ ਰੂਪ ਦੇ ਵਿੱਚ ਕੋਈ ਪਰਮੇਸ਼ਰ ਦਾ ਪਿਆਰਾ ਸਾਧੂ ਵੀ ਉਹਨਾਂ ਨੂੰ ਵੇਖ ਨਹੀਂ ਸਕਦਾ ਸੀ। ਬੈਸਨ ਮਿਲੇ ਨਾ ਹੋਏ ਅਬ ਪਾਸੀ। ਵੇਖ ਬਾਬਰ ਕਿਹੋ ਜਿਹਾ ਸਮਾਂ ਆਣ ਬਣਿਆ। ਉਹ ਔਰਤਾਂ ਜਿਹੜੀਆਂ ਮਹੱਲਾਂ ਵਿੱਚ ਰਹਿੰਦੀਆਂ ਸਨ, ਹੁਣ ਉਹਨਾਂ ਨੂੰ ਉਹਨਾਂ ਦੇ ਮਹੱਲਾਂ ਦੇ ਕੋਲ ਜਾਣ ਦਾ ਹੁਕਮ ਵੀ ਨਹੀਂ ਹੋ ਰਿਹਾ। ਐਸੋ ਪ੍ਰਾਪਤ ਪਾ ਦੁਖ ਰਾਸੀ। ਇਹ ਬਾਬਰ ਵੇਖ ਇਹੋ ਜਿਹਾ ਉਹਨਾਂ ਨੂੰ ਦੁੱਖ ਹੁਣ ਪ੍ਰਾਪਤ ਹੁੰਦਾ ਪਿਆ, ਇਹੋ ਜਿਹਾ ਦੁੱਖ ਜਿਹੜਾ ਉਹਨਾਂ ਨੂੰ ਹੁਣ ਮਿਲ ਰਿਹਾ ਹੈ। ਵਾਹਿਗੁਰੂ ਜੋ ਕਰਨ ਨਹਾਰਾ। ਪਰਮੇਸ਼ਰ ਵਾਹਿਗੁਰੂ ਜੋ ਇਸ ਧਰਤ ਦੇ ਉੱਪਰ ਸਭ ਕੁਝ ਕਰਨ ਵਾਲਾ ਹੈ। ਜਿਸ ਕੋ ਬੰਧਨ ਬਾਰੰਬਾਰਾ। ਉਹਦੇ ਚਰਨਾਂ ਦੇ ਅੰਦਰ ਮੇਰੀ ਬਾਰੰਬਾਰ ਨਮਸਕਾਰ ਹੈ। ਸਭ ਕੀ ਆਦ ਪੁਰਖ ਅਬਿਨਾਸੀ। ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਨਾਸ਼ ਤੋਂ ਰਹਿਤ ਤੇ ਸਾਰਿਆਂ ਦਾ ਮੁੱਢ ਹੈ, ਸਾਰਿਆਂ ਦੀ ਸਿਰਜਣਾ ਕਰਨ ਵਾਲਾ ਤੇ ਸਾਰਿਆਂ ਨੂੰ ਬਣਾ ਕੇ ਵਿੱਚ ਨਿਵਾਸ ਰੱਖਣ ਵਾਲਾ ਹੈ। ਕਿਸ ਵਿਦ ਅੰਤ ਨਾ ਪਾਇਆ ਜਾਸੀ। ਉਹ ਪਰਮੇਸ਼ਰ ਵਾਹਿਗੁਰੂ ਜੀ ਦਾ ਅੰਤ ਕਿਸੇ ਵੀ ਰੂਪ ਦੇ ਅੰਦਰ ਪਾਇਆ ਨਹੀਂ ਜਾ ਸਕਦਾ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਇਹ ਸਾਰੇ ਸ਼ਬਦ ਦੇ ਅਰਥ ਬਾਬਰ ਨੂੰ ਕਰਕੇ ਸੁਣਾ ਰਹੇ ਨੇ ਵੀ ਬਾਬਰ ਦੇਖ ਤੇਰੇ ਸੈਨਿਕਾਂ ਨੇ ਇਸ ਹੱਸਦੇ ਵਸਦੇ ਸ਼ਹਿਰ ਨੂੰ ਕਿਸ ਤਰ੍ਹਾਂ ਉਜਾੜ ਕੇ ਰੱਖ ਦਿੱਤਾ। ਬਾਬਰ ਵੀ ਦੋਨੋਂ ਹੱਥ ਜੋੜ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਨਮੁਖ ਖਲੋਤਾ ਗੁਰੂ ਕੇ ਬਚਨ ਸਰਵਣ ਕਰ ਰਿਹਾ ਹੈ। ਉਹਨੂੰ ਆਪਣੇ ਆਪ ਦੇ ਉੱਪਰ ਬੜਾ ਪਛਤਾਵਾ ਹੋ ਰਿਹਾ ਹੈ, ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਨਾ ਸਮੇਂ ਦਾ ਸੱਚ ਬੋਲਿਆ। ਦਤਾਰ ਹਮੇਸ਼ਾ ਹੀ ਤੁਸੀਂ ਪਵਿੱਤਰ ਬਾਣੀ ਨੂੰ ਪੜ੍ਹ ਕੇ ਵੇਖੋ, ਭਾਵੇਂ ਕਿ ਬਾਬਰ ਉਹਨੇ ਹਿੰਦੁਸਤਾਨ ਦੇ ਅੰਦਰ ਰਾਜ ਕਾਇਮ ਕੀਤਾ, ਉਹਦੀ ਦੋਹੀ ਫਿਰੀ। ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਸਨ ਜਿਨ੍ਹਾਂ ਨੇ ਬਚਨ ਕਹੇ ਸਨ, ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨ ਵੇਲਾ। ਸਮੇਂ ਦਾ ਸੱਚ ਸਤਿਗੁਰੂ ਜੀ ਨੇ ਬੋਲਣਾ ਕੀਤਾ। ਹੁਣ ਉਸ ਸਮੇਂ ਬਾਬਰ ਸਤਿਗੁਰੂ ਜੀ ਦੇ ਸਨਮੁਖ ਖਲੋਤਾ ਹੈ। ਦਤਾਰ ਪਵਿੱਤਰ ਬਚਨ ਉਹਦੇ ਅਰਥ ਕਰਕੇ ਸੁਣਾ ਰਹੇ ਹਨ। ਅੱਗੇ ਕਿਵੇਂ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਚਲਦੇ ਪ੍ਰਕਰਨ ਦੇ ਅਨੁਸਾਰ ਰਹਿੰਦਾ ਇਤਿਹਾਸ ਆਪਾਂ ਕੱਲ ਦੇ ਦੀਵਾਨਾਂ ਦੇ ਅੰਦਰ ਵਿਚਾਰਨਾ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਬਖਸ਼ ਦੇਣੀਆਂ ਜੀ। ਆਪ ਸਰਬੱਤ ਮਾਈ ਭਾਈ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਆਓ ਅਦਬ ਸਹਿਤ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ ਜੀ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਲਿਖੈ ਕਤੈ ਨ ਛੂਟੀਐ ਖਿਨ ਖਿਨ ਭੂਲਣ ਹਾਰ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।